ਪੰਦੇਰ ਸਾਹਿਬ, ਹੁਣ ਅੰਮ੍ਰਿਤਸਰ ਈਸਟ ਵਿੱਚ ਨਵਜੋਤ ਸਿੱਧੂ ਦਾ ਬਿਕਰਮ ਮਜੀਠੀਆ ਦਾ ਨਾਲ ਮੁਕਾਬਲਾ ਹੋਏਗਾ ਜੀ। ਵਾਸੂ ਜੀ, ਪਹਿਲਾਂ ਆਮ ਤੌਰ ਤੇ ਲੋਕ ਪਤਾ ਕੀ ਕਹਿੰਦੇ ਆ ਕਿ ਜਿਹੜੇ ਸਿਆਸਤਦਾਨ ਨੇ ਇਹ ਲੋਕਾਂ ਨੂੰ ਲੜਾ ਕੇ ਆਪ ਸਵਾਦ ਲੈਂਦੇ ਆ, ਪਰ ਅੰਮ੍ਰਿਤਸਰ ਈਸਟ ਦੇ ਵਿੱਚ ਹੁਣ ਇਹ ਗੱਲ ਪੁੱਠੀ ਹੁੰਦੀ ਜਾ ਰਹੀ ਆ ਕਿ ਚੋਟੀ ਦੇ ਸਿਆਸਤਦਾਨ ਆਪਸ ਚ ਖੜਕਣਗੇ ਤੇ ਲੋਕ ਇਹਦਾ ਸਵਾਦ ਲੈਣਗੇ। ਤੇ ਜਿਹਨੂੰ ਕਹਿੰਦੇ ਕੁੰਡੀਆਂ ਦੇ ਸਿੰਘ ਫਸ ਗਏ ਨਿੱਤਰੂ ਬੜੇਵੇਂ ਖਾਣੀ। ਹੁਣ ਦੇਖਦੇ ਆ ਕੀ ਗੱਲ ਆ ਕਿ ਜਿਹੜੀਆਂ ਪਿੱਛੇ ਜੇ ਦਮ ਗਜੇ ਮਾਰ ਰਹੇ ਸੀ ਦੋਨੋਂ ਹੀ, ਸਪੈਸ਼ਲੀ ਜਿਹੜੇ ਹੈਗੇ ਨਵਜੋਤ ਸਿੱਧੂ ਕਹਿੰਦੇ ਸੀ ਮੈਂ 6 ਫੁੱਟਾ ਕਾਂ ਟੰਗਣਾ, ਤੇ ਉਹ ਬਿਕਰਮ ਮਜੀਠੀਆ ਵਾਸਤੇ ਕਦੇ ਲੰਬੂ ਕਦੇ ਕੁਛ ਉਹ ਕਹਿੰਦੇ ਸੀ, ਤੇ ਉਧਰੋਂ ਬਿਕਰਮ ਮਜੀਠੀਆ ਕਹਿੰਦੇ ਸੀ ਬਈ ਠੋਕੋ ਤਾੜੀ ਜਾਂ ਇਹਨੂੰ ਭਗੌੜਾ ਵੀ ਦੱਸਦੇ ਸੀ ਵੀ ਇਹ ਆਪਣੀਆਂ ਕਦੇ ਬੀਜੇਪੀ ਤੋਂ ਭਗੌੜਾ, ਕਦੇ ਰਾਜ ਸਭਾ ਤੋਂ ਭਗੌੜਾ, ਕਦੇ ਹੋਰ ਆਪਣੀ ਕੌਂਸਟੀਟੂਐਂਸੀ ਤੋਂ ਭਗੌੜਾ। ਤੇ ਪਿਛਲੇ ਦਿਨੀ ਕਾਫੀ ਜਿਹੜੇ ਜਦੋਂ ਕੇਸ ਰਜਿਸਟਰ ਹੋਇਆ ਬਿਕਰਮ ਸਿੰਘ ਮਜੀਠੀਆ ਦੇ ਉੱਪਰ, ਤਾਂ ਬਹੁਤ ਸਾਰੇ ਜਿਹੜੇ ਅਕਾਲੀ ਵਰਕਰ ਸੀ ਉਹਨਾਂ ਨੇ ਸੁਖਬੀਰ ਬਾਦਲ ਦੇ ਉੱਤੇ ਇਹ ਪ੍ਰੈਸ਼ਰ ਪਾਇਆ ਕਿ ਬਿਕਰਮ ਸਿੰਘ ਮਜੀਠੀਆ ਨੂੰ ਸਿੱਧਾ ਜਿਹੜੀ ਚੋਣ ਹੈਗੀ ਆ ਉੱਥੇ ਉਤਾਰਨਾ ਚਾਹੀਦਾ ਅੰਮ੍ਰਿਤਸਰ ਈਸਟ ਦੇ ਵਿੱਚ। ਸੋ ਕਾਫੀ ਆਈ ਥਿੰਕ ਇਹਨਾਂ ਦੀ ਮਿਹਨਤ ਮੁਸ਼ੱਕਤ ਦੀ ਜਿਹੜੀ ਸੋਚ ਵਿਚਾਰ ਤੋਂ ਬਾਅਦ ਹੁਣ ਜਦੋਂ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਜਿਹੜੀ ਅਗਾਊਂ ਜ਼ਮਾਨਤ ਆ ਉਸ ਤੋਂ ਵੀ ਇਨਕਾਰ ਕਰ ਦਿੱਤਾ, ਤੇ ਹੁਣ ਅਰੈਸਟ ਕਿਸੇ ਟਾਈਮ ਤੇ ਵੀ ਹੋ ਸਕਦੀ ਹੈ। ਬਿਕਰਮ ਮਜੀਠੀਆ ਦੀ ਜਿਹੜਾ ਨਸ਼ਾ ਤਸਕਰੀ ਦਾ ਕੇਸ ਹੈ, ਉਹ ਹੁਣ ਉੱਥੇ ਇਹ ਮੁਕਾਬਲਾ ਜਿਹੜਾ ਹੋਣਾ ਡਾਇਰੈਕਟ ਹੈ। ਇਹਦੇ 'ਚ ਜਿਹੜੇ ਸੁਖਬੀਰ ਬਾਦਲ ਆ ਉਹਨਾਂ ਨੇ ਇਹ ਕਿਹਾ ਕਿ ਬਿਕਰਮ ਮਜੀਠੀਆ ਇੱਕ ਗੁਰਸਿੱਖ ਹੈ ਔਰ ਉਹਨੂੰ ਗਲਤ ਤਰੀਕੇ ਦੇ ਨਾਲ ਇਸ ਕੇਸ 'ਚ ਫਸਾਇਆ ਗਿਆ, ਔਰ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਇਹ ਸਾਰਾ ਵੈਂਡੇਟਾ ਪੋਲਿਟਿਕਸ ਕਰਵਾਈ ਹੈ। ਸੋ ਉਹਨਾਂ ਨੇ ਇਹ ਵੀ ਡਿਮਾਂਡ ਕੀਤਾ ਇੱਕ ਪੈਨਲ ਬਣਾਇਆ ਜਾਵੇ ਡੀਜੀਪੀਜ਼ ਦਾ, ਦਿਨਕਰ ਗੁਪਤਾ, ਪ੍ਰਬੋਧ ਕੁਮਾਰ ਔਰ ਵੀਕੇ ਭਾਵਰਾ, ਇਹ ਇਸ ਕੇਸ ਦੀ ਜਿਹੜੀ ਹੈ ਤਫਤੀਸ਼ ਕਰਨ ਤਾਂ ਕਿ ਅਸਲੀਅਤ ਨਿਕਲੇ ਜੀ। ਸੋ ਚਲੋ ਇਹ ਤਾਂ ਜਿਹੜੀਆਂ ਗੱਲਾਂ ਆਉਂਦੀਆਂ ਨੇ, ਪਰ ਇਹ ਜਿਹੜੇ ਦੋਨੋਂ ਚੀਜ਼ਾਂ ਨੇ ਇਹਦੇ 'ਚ ਕਾਫੀ ਜੇ ਤੁਸੀਂ ਕਹਿ ਸਕਦੇ ਹੋ ਅਕਾਲੀ ਦਲ ਵੱਲੋਂ ਇੱਕ ਜ਼ਬਰਦਸਤ ਪੈਂਤਰਾ ਖੇਲਿਆ ਗਿਆ। ਇੱਕ ਤਾਂ ਪਹਿਲੀ ਗੱਲ, ਜਿਹੜੇ ਕਾਂਗਰਸ ਦਾ ਪ੍ਰਧਾਨ ਹੈ ਉਹਦੇ ਮੁਕਾਬਲੇ ਆਪਣਾ ਸੈਕੰਡ ਰੰਗ ਲੀਡਰ ਖੜਾ ਕਰਕੇ ਤੇ ਇੱਕ ਉਹਨੂੰ ਚੈਲੰਜ ਕਰਨਾ, ਉਹ ਕਾਂਗਰਸ ਪ੍ਰਧਾਨ ਨੂੰ ਇੱਕ ਸਟੈਪ ਥੱਲੇ ਲਿਆਉਣ ਦੀ ਗੱਲ ਕੀਤੀ ਜਾਂਦੀ ਹੈ। ਬਿਕਰਮ ਮਜੀਠੀਆ ਮਾਝੇ ਦੇ ਵਿੱਚ ਉਹਨਾਂ ਦਾ ਹੋਲਡ ਕਾਫੀ ਜ਼ਬਰਦਸਤ ਮੰਨਿਆ ਜਾਂਦਾ। ਉਹ ਜਦ ਪਿਛਲੀਆਂ 2017 ਦੀਆਂ ਚੋਣਾਂ ਹੋਈਆਂ ਸੀ ਉਹਦੇ ਵਿੱਚ ਜਦੋਂ ਕਾਂਗਰਸ ਦੀ ਪੂਰੀ ਵੇਵ ਚੱਲੀ ਤਾਂ ਬਿਕਰਮ ਮਜੀਠੀਆ ਆਪਣੀ ਕੌਂਸਟੀਟੂਐਂਸੀ ਬਚਾਉਣ 'ਚ ਕਾਮਯਾਬ ਹੋਏ। ਜਦੋਂ ਕੈਪਟਨ ਅਮਰਿੰਦਰ ਸਿੰਘ ਲੋਕ ਸਭਾ ਦੀ ਸੀਟ ਜਿੱਤੇ, ਉਦੋਂ ਬਾਅਦ 'ਚੋਂ ਵੀ ਕਾਂਗਰਸ ਲੋਕ ਸਭਾ ਦੀ ਸੀਟ ਜਿੱਤੀ। ਜਿਹੜੀ ਬੀਜੇਪੀ ਸੀਗੀ ਉਹ ਕਿਉਂਕਿ ਉਸ ਵੇਲੇ ਅਕਾਲੀ ਦਲ ਦੇ ਨਾਲ ਗੱਠਜੋੜ ਸੀਗਾ, ਇੱਕ ਵਾਹਦ ਮਜੀਠਾਈ ਕੌਂਸਟੀਟੂਐਂਸੀ ਸੀ ਜਿੱਥੇ ਬੀਜੇਪੀ ਨੇ ਲੀਡ ਕੀਤਾ ਸੀ। ਸੋ ਇਹ ਸਾਰੀਆਂ ਗੱਲਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਕਿਉਂਕਿ ਹੁਣ ਇੱਕ ਤਾਂ ਪਹਿਲੀ ਗੱਲ ਨਿੱਜੀ ਲੜਾਈ ਹੋ ਗਈ ਨਵਜੋਤ ਸਿੱਧੂ ਦੀ ਤੇ ਬਿਕਰਮ ਮਜੀਠੀਆ ਦੀ। ਇਹਨਾਂ ਦੀ ਪਹਿਲਾਂ ਕਿਸੇ ਟਾਈਮ ਤੇ ਜਦੋਂ ਅਕਾਲੀ ਦਲ ਬੀਜੇਪੀ ਆਪਸ 'ਚ ਜਿਹੜਾ ਸੀਗਾ ਅਲਾਇੰਸ ਸੀਗਾ, ਉਦੋਂ ਦੋਨੋਂ ਦੀ ਦੋਸਤੀ ਵੀ ਬੜੀ ਸੀ ਜੀ। ਦੋਸਤੀ ਜਿਹੜੀ ਹੈਗੀ ਹੈ ਵਿਗੜ ਕੇ ਹੁਣ ਦੁਸ਼ਮਣੀ ਤੱਕ ਆ ਗਈ। ਹੁਣ ਦੁਸ਼ਮਣੀ ਜਿਹੜੀ ਹੈਗੀ ਹੈ ਇਲੈਕਸ਼ਨਾਂ 'ਚ ਨਜ਼ਰ ਆਊਗੀ। ਇੱਕ ਤਾਂ ਗੱਲ ਇਹ ਆ ਕਿ ਅਕਾਲੀ ਦਲ ਨੂੰ ਇਹਦੇ 'ਚ ਇਹ ਫਾਇਦਾ ਹੁੰਦਾ ਕਿ ਜਿਹੜੇ ਹੁਣ ਪਿੱਛੇ ਆਪਣਾ ਸਰਵੇ ਦੇਖੇ ਸੀ ਉਹ 'ਚ ਅਕਾਲੀ ਦਲ ਨੂੰ ਤੀਜੇ ਜਾਂ ਚੌਥੇ ਸਥਾਨ ਤੇ ਭੇਜਿਆ ਜਾ ਰਿਹਾ ਸੀ। ਹੁਣ ਇਹਦੇ ਨਾਲ ਕਿਉਂਕਿ ਲੜਾਈ ਸਿੱਧੀ ਦੀ ਸਿੱਧੀ, ਕਿਉਂਕਿ ਨਵਜੋਤ ਸਿੱਧੂ ਜਿਹੜੇ ਆਪਣੀ ਗੱਲ ਕਰਨ ਵੇਲੇ ਬੇਬਾਕੀ ਦੇ ਨਾਲ ਔਰ ਬਹੁਤ ਅਗਰੈਸਿਵ ਮੋਡ 'ਚ ਗੱਲ ਕਰਦੇ ਆ, ਇਹੀ ਤਵੱਕੋ ਕੀਤੀ ਜਾਂਦੀ ਹੈ ਕਿ ਹੁਣ ਜਦੋਂ ਲੜਾਈ ਘਰੇ ਹੀ ਆ ਗਈ ਤਾਂ ਉਹ ਆਪਣੀ ਅਗਰੈਸ਼ਨ ਨੂੰ ਵਾਪਸ ਲਿਆਉਣਗੇ। ਔਰ ਇਹਦੇ ਨਾਲ ਜਿਹੜੀ ਲੜਾਈ ਕਾਂਗਰਸ ਦੀ ਆ ਉਹ ਅਕਾਲੀ ਦਲ ਨਾਲ ਨਜ਼ਰ ਆਉਣੀ ਸ਼ੁਰੂ ਹੋ ਜੂਗੀ। ਔਰ ਆਮ ਆਦਮੀ ਪਾਰਟੀ ਜਿਸ ਨੂੰ ਪ੍ਰੋਜੈਕਟ ਕੀਤਾ ਜਾਂਦਾ ਕਿ ਪੰਜਾਬ ਦੇ ਵਿੱਚ ਸਭ ਤੋਂ ਮੋਹਰੀ ਚੱਲ ਰਹੀ ਹੈ ਇਹਨਾਂ ਸਰਵੇਜ਼ ਦੇ ਵਿੱਚ, ਉਹਦੇ ਵਾਸਤੇ ਹੈ ਨਾ ਉਹ ਡਿਬੇਟ 'ਚੋਂ ਬਾਹਰ ਜਾਂ ਡਿਬੇਟ 'ਚੋਂ ਹਾਸ਼ੀਏ ਤੇ ਚਲੀ ਜਾਊਗੀ। ਸੋ ਇਹ ਇੱਕ ਪੈਂਤਰਾ ਕਹਿ ਸਕਦੇ ਹੋ ਕਿ ਇਹ ਪੈਂਤਰਾ ਕੱਲ੍ਹ ਨੂੰ ਕੰਮ ਕਰੇਗਾ ਨਹੀਂ ਕਰੇਗਾ। ਇਹ ਦੂਜੀ ਗੱਲ ਆ, ਪੰਜਾਬ ਦੇ ਲੋਕ ਸਾਰਿਆਂ ਨੂੰ ਭਜਾ ਕੇ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਦਾ ਜਿਹਨੂੰ ਕਹਿੰਦੇ ਹਫਾਉਣ ਤੇ ਲੱਗੇ ਹੋਏ ਆ। ਸੋ ਉਹਨਾਂ ਨੂੰ ਵੀ ਮਸਾ ਮੌਕਾ ਮਿਲਿਆ ਕਿ ਪੋਲੀਟੀਕਲ ਪਾਰਟੀਆਂ ਦਾ ਇੱਕ ਤਾਂ ਜਿਹੜੀਆਂ ਹੁਣ ਅੱਜ ਕੱਲ੍ਹ ਪਾਬੰਦੀਆਂ ਲੱਗੀਆਂ ਹੋਈਆਂ ਕੋਵਿਡ ਕਰਕੇ, ਪੋਲੀਟੀਕਲ ਪਾਰਟੀਆਂ ਦਾ ਜਿਹੜਾ ਪ੍ਰਚਾਰ ਦਾ ਸਿਸਟਮ ਆ ਉਹ ਚੇਂਜ ਹੋ ਗਿਆ। ਲੋਕਾਂ ਦਾ
ਲੋਕਾਂ ਦਾ ਜਿਹੜਾ ਰੁਝਾਨ ਹੈ ਉਹਨੂੰ ਸਟੱਡੀ ਕਰਨ ਦਾ ਮੌਕਾ ਨਹੀਂ ਮਿਲ ਰਿਹਾ ਪੋਲੀਟੀਕਲ ਪਾਰਟੀਆਂ ਨੂੰ। ਸੋ ਕਾਫੀ ਇੰਟਰਸਟਿੰਗ ਫਾਈਟ ਜਿਹੜੀ ਹੈਗੀ ਹੈ ਇਹ ਸਾਹਮਣੇ ਬਣ ਕੇ ਆਏਗੀ। ਅੰਮ੍ਰਿਤਸਰ 'ਚ ਦੂਸਰੀ ਫਾਈਟ ਅੰਮ੍ਰਿਤਸਰ ਨਾਰਥ ਦੀ ਵੀ ਬੜੀ ਇੰਟਰਸਟਿੰਗ ਹੋਏਗੀ, ਜਿੱਥੇ ਆਪਣੇ ਜਿਹੜੇ ਪੁਲਿਸ ਆਫੀਸਰ ਸੀਗੇ, ਫੋਰਗੇਟ ਹਿਜ਼ ਨੇਮ, ਜਿਨ੍ਹਾਂ ਦੇ ਪਿੱਛੇ ਜੇ ਉਹਨਾਂ ਨੇ ਆਫਿਸ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ, ਉਹ ਉਹਨਾਂ ਦੀ ਲੜਾਈ ਵੀ ਉੱਥੇ ਹੀ ਆ, ਅਨਿਲ ਜੋਸ਼ੀ ਉਹਨਾਂ ਦੇ ਖਿਲਾਫ। ਤੇ ਇਹ ਸਾਰੀਆਂ ਜਿਹੜੀਆਂ ਲੜਾਈਆਂ ਨੇ ਅੰਮ੍ਰਿਤਸਰ ਦੇ ਵਿੱਚ, ਮਾਝੇ ਦੇ ਵਿੱਚ ਜਿਹੜੀਆਂ ਤਿੱਖੀਆਂ ਲੜਾਈਆਂ ਹੋਣੀਆਂ। ਅੰਮ੍ਰਿਤਸਰ ਵੈਸੇ ਵੀ ਇੱਕ ਨਰਵ ਸੈਂਟਰ ਆ, ਇੰਪੋਰਟੈਂਟ ਨਰਵ ਸੈਂਟਰ ਆ ਪੰਜਾਬ ਦਾ। ਸੋ ਉੱਥੇ ਇੰਨੀ ਸ਼ਿੱਦਤ ਦੇ ਨਾਲ ਸਿਆਸਤ ਹੋਣੀ ਕਾਫੀ ਰੋਚਕ ਹੋਏਗੀ ਜੀ। ਤੇ ਪੰਦੇਸ਼ ਸਾਹਿਬ, ਜਦੋਂ ਵੀ ਪੰਜਾਬ ਦੇ ਵਿੱਚ ਚੋਣਾਂ ਹੁੰਦੀਆਂ ਨੇ ਉਦੋਂ ਡੇਰਿਆਂ ਦਾ ਬੜਾ ਬੋਲਬਾਲਾ ਰਹਿੰਦਾ। ਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਹ ਡੇਰਾ ਬੱਲਾ ਜਾ ਕੇ ਉੱਥੇ ਇਹਨਾਂ ਨੇ ਰਾਤ ਕੱਟੀ ਹੈ, ਉੱਥੇ ਫਰਸ਼ ਤੇ ਸੁੱਤੇ ਨੇ। ਬਹੁਤ ਜਿਹੜੀ ਇਹ ਖਬਰ ਦਿਲਚਸਪ ਹੈ ਜੀ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਡੇਰਾ ਬੱਲਾ ਗਏ ਔਰ ਉੱਥੇ ਰਾਤ ਕੱਟੀ। ਉਸ ਤੋਂ ਪਹਿਲਾਂ ਕਿ 26 ਜਨਵਰੀ ਦਾ ਝੰਡਾ ਉਹਨਾਂ ਨੇ ਜਲੰਧਰ ਚੜਾਉਣ ਜਾਣਾ ਸੀਗਾ ਤੇ ਉਹਨਾਂ ਨੇ ਡੇਰਾ ਵੱਲਾਂ ਜਾ ਕੇ ਰਾਤ ਕੱਟੀ। ਤੇ ਜਿਹੜੇ ਅਫਸਰ ਸੀ ਉਹਨਾਂ ਨੇ ਉਹਨਾਂ ਨੂੰ ਸਲਾਹ ਦਿੱਤੀ ਵੀ ਤੁਸੀਂ ਇੰਜ ਨਾ ਕਰੋ। ਉਸਦੀ ਅਫਸਰਾਂ ਦੀ ਸਲਾਹ ਨੂੰ ਨਾ ਮੰਨਦੇ ਹੋਏ ਉਹਨਾਂ ਨੇ ਉੱਥੇ ਗਏ ਤੇ ਜਿਹੜੇ ਡੇਰਾ ਵੱਲਾਂ ਦੇ ਜਿਹੜੇ ਮੁਖੀ ਨੇ ਸੰਤ ਨਿਰੰਜਨ ਦਾਸ, ਉਹਨਾਂ ਦਾ ਜਿਹੜਾ ਨਿੱਜੀ ਕਮਰਾ ਸੀ ਉਹਦੇ 'ਚ ਉਹ ਜ਼ਮੀਨ ਤੇ ਸੁੱਤੇ। ਅਗਲੇ ਦਿਨ ਫਗਵਾੜੇ ਦੇ ਵਿੱਚ ਜਿਹੜੀ ਆਪਣਾ ਝੰਡਾ ਲਹਿਰਾਉਣ ਤੋਂ ਬਾਅਦ ਜਿਹੜੀਆਂ ਫਗਵਾੜੇ 'ਚ ਜਿਹੜੀਆਂ ਚੋਣ ਰੈਲੀਆਂ ਸੀਗੀਆਂ, ਉੱਥੇ ਉਹਨਾਂ ਨੇ ਕਿਹਾ ਕਿ ਮੈਨੂੰ ਮੇਰੇ ਅਫਸਰਾਂ ਨੇ ਰੋਕਿਆ ਵੀ ਸੀ, ਕਹਿੰਦੇ ਪਰ ਮੈਂ ਕਿਹਾ ਵੀ ਜਿਹੜਾ ਮੇਰੇ ਖਿਲਾਫ ਜੋ ਵੀ ਕਾਰਵਾਈ ਬਣਦੀ ਆ ਬਣੋ, ਪਰ ਮੈਂ ਤਾਂ ਇੱਥੇ ਜਾਊਂਗਾ। ਮੈਨੂੰ ਉਹਦੇ 'ਚ ਬੜੀ ਸਕੂਨ ਮਿਲਿਆ ਉੱਥੇ ਜਾ ਕੇ ਇਹਦੇ 'ਚ, ਕਿਉਂਕਿ ਵਾਸੂ ਜੀ ਸਾਨੂੰ ਇਹ ਦੇਖਣਾ ਚਾਹੀਦਾ ਪੰਜਾਬ ਬੇਸ਼ੱਕ ਫਿਰਕੂ ਲੀਹਾਂ ਤੇ ਉੱਪਰਲੇ ਸਤਰ ਤੋਂ ਵੰਡਿਆ ਨਜ਼ਰ ਨਹੀਂ ਆਉਂਦਾ। ਜਾਤ ਪਾਤ ਦੇ ਜਿਹੜੇ ਹੈਗੇ ਆ ਜਿਹੜੇ ਵਖਰੇਵੇਂ ਆ ਜਿਵੇਂ ਬਾਕੀ ਭਾਰਤ ਦੇ ਵਿੱਚ ਨਜ਼ਰ ਆਉਂਦੇ ਆ, ਜਿਹਦੇ 'ਚ ਅਨਟੱਚੇਬਿਲਿਟੀ ਬੜੀ ਜ਼ਬਰਦਸਤ ਹੈ, ਉਹ ਪੰਜਾਬ ਦੇ ਵਿੱਚ ਨਜ਼ਰ ਨਹੀਂ ਆਉਂਦੀ। ਪਰ ਫੇਰ ਵੀ ਜਿਹੜਾ ਜਦੋਂ ਚੋਣਾਂ ਹੁੰਦੀਆਂ ਨੇ ਉਦੋਂ ਇਹ ਬਿਲਕੁਲ ਤੁਸੀਂ ਠੀਕ ਕਿਹਾ ਹੈ, ਇਹ ਡੇਰਿਆਂ ਦਾ ਰੋਲ ਬੜਾ ਜ਼ਬਰਦਸਤ ਹੈ। 3 ਡੇਰੇ ਪੰਜਾਬ ਦੇ ਵਿੱਚ ਅਹਿਮ ਨੇ। ਡੇਰਾ ਵੱਲਾ ਇਹ ਇਸ ਲਈ ਇੰਪੋਰਟੈਂਟ ਹੈ ਕਿ ਸ਼ਡਿਊਲ ਕਾਸਟ ਪਾਪੂਲੇਸ਼ਨ ਸਪੈਸ਼ਲੀ ਰਵਿਦਾਸੀਆ ਰਾਮਦਾਸੀਆ ਜਿਹੜੀ ਭਾਈਚਾਰਾ ਉਹਨਾਂ 'ਚ ਇਹਨਾਂ ਦਾ ਕਾਫੀ ਜਿਹੜਾ ਬੋਲਬਾਲਾ। ਫਿਰ ਜਿਹੜਾ ਡੇਰਾ ਬਿਆਸ ਹੈ ਰਾਧਾ ਸੁਆਮੀ, ਤੇ ਸਾਰਿਆਂ ਨੂੰ ਪਤਾ ਕਿ ਡੇਰਾ ਸੱਚਾ ਸੌਦਾ ਜਿਹੜਾ ਸਿਰਸੇ ਵਾਲਾ ਹੈਗਾ, ਇਹਨਾਂ ਦਾ ਪੰਜਾਬ ਦੀ ਸਿਆਸਤ ਦੇ ਵਿੱਚ ਕੋਈ ਨਾ ਕੋਈ ਪਰਛਾਵਾਂ ਪਿਆ ਸਾਨੂੰ ਨਜ਼ਰ ਆਉਂਦਾ ਹੀ ਹੈ। ਵਾਸੂ ਜੀ ਗੱਲ ਤਾਂ ਇਹ ਆ ਕਿ ਡੇਰਿਆਂ ਦੇ ਮਗਰ ਕਿਹੜੇ ਲੋਕੀ ਜਾਂਦੇ ਆ? ਡੇਰਿਆਂ ਦੇ ਮਗਰ ਉਹ ਲੋਕੀ ਜਾਂਦੇ ਆ ਜੋ ਇਕਨੋਮਿਕਲੀ ਜਾਂ ਸਮਾਜਿਕ ਲੈਵਲ ਤੇ ਜਾਂ ਧਾਰਮਿਕ ਲੈਵਲ ਤੇ, ਈਵਨ ਜਿਹੜੇ ਸਿਆਸੀ ਲੈਵਲ ਤੇ ਹਾਸ਼ੀਏ ਤੇ ਧੱਕੇ ਗਏ ਹੁੰਦੇ। ਜਦੋਂ ਉਹ ਸਾਰੇ ਦੇ ਸਾਰੇ ਜਿਹੜੇ ਹੁੰਦੇ ਨੇ ਉਹ ਡੇਰਿਆਂ 'ਚ ਜਾ ਕੇ ਉਹਨਾਂ ਨੂੰ ਕੁਛ ਨਾ ਕੁਛ ਇੱਕ ਆਈਡੈਂਟਿਟੀ ਮਿਲਦੀ ਹੈ। ਪਰ ਫਿਰ ਜਿਹੜੇ ਡੇਰਿਆਂ ਦੇ ਮੁਖੀ ਨੇ ਉਹ ਪੋਲੀਟੀਸ਼ੀਅਨਸ ਨੂੰ ਜਿਹੜੇ ਹੈਗੇ ਆ ਉਹਨਾਂ ਨਾਲ ਉਹਨਾਂ ਦਾ ਟਾਈ ਅਪ ਹੋ ਜਾਂਦਾ, ਤਾਂ ਵੋਟਾਂ ਪੋਲੀਟੀਸ਼ੀਅਨਸ ਨੂੰ ਉਵੇਂ ਚਲੀ ਜਾਂਦੀਆਂ। ਕਿਸੇ ਲੈਵਲ ਤੇ ਕਈ ਤਾਂ ਜਿਹੜੇ ਸਿਆਸੀ ਮਾਹਰ ਨੇ ਉਹ ਤਾਂ ਇਹ ਕਹਿੰਦੇ ਜੀ ਇਹ ਇੱਕ ਢੰਗ ਤਰੀਕਾ ਵਾ ਵੋਟਾਂ ਲੁੱਟਣ ਦਾ ਇੱਕ ਸਿਸਟਮ। ਪਰ ਜਿਹੜਾ ਇਹ ਵੱਲਾਂ ਵਾਲਾ ਡੇਰਾ ਵਾ ਇਹਦੀ ਅਹਿਮੀਅਤ ਇਸ ਲਈ ਹੈ ਜੀ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਹੈਗੀ ਆ ਦਲਿਤ ਕਮਿਊਨਿਟੀ ਆ ਜਾਂ ਸ਼ਡਿਊਲ ਕਾਸਟ ਕਮਿਊਨਿਟੀ ਆ, ਇਹਦੀਆਂ ਅੱਗੇ ਵੀ ਵਾਸੂ ਜੀ 39 ਕਮਿਊਨਿਟੀਜ਼ ਨੇ, ਉਹਨਾਂ 'ਚ ਵੰਡੀ ਹੋਈ ਆ। ਔਰ ਪੰਜਾਬ ਦੇ ਵਿੱਚ ਇਸ ਵੇਲੇ ਤਕਰੀਬਨ 32% ਪਾਪੂਲੇਸ਼ਨ ਜਿਹੜੀ ਹੈਗੀ ਆ ਉਹ ਸ਼ਡਿਊਲ ਕਾਸਟ ਦੀ ਆਉਂਦੀ ਆ ਔਰ ਭਾਰਤ ਦੇ ਵਿੱਚ ਪਰਸੈਂਟੇਜ ਪਾਪੂਲੇਸ਼ਨ ਦੇ ਸਭ ਤੋਂ ਜ਼ਿਆਦਾ ਨੇ। ਸੋ ਇਹ ਇੱਥੇ ਜਾ ਕੇ ਜਿਹੜੀਆਂ ਇਹ ਵੋਟਾਂ ਨੇ ਔਰ ਇਹ ਜਿਹੜੀਆਂ ਹੈਗੀਆਂ ਐਜ਼ ਵੋਟ ਬੈਂਕ ਵੀ ਕਈ ਜਗ੍ਹਾ ਦੇ ਉੱਤੇ ਕੰਮ ਕਰਦੀਆਂ। ਹੁਣ ਇਹਨਾਂ 'ਚੋਂ ਜਿਹੜੀ ਦਲਿਤ ਦੇ ਵਿੱਚ ਆ ਇਹ 'ਚ ਹਾਈਐਸਟ ਜਿਹੜੀ ਪ੍ਰਪੋਰਸ਼ਨ ਆ ਉਹ ਕੋਈ 26.33% ਦਲਿਤਾਂ ਦੇ ਵਿੱਚੋਂ ਉਹ ਮਜ਼੍ਹਬੀ ਸਿੱਖਾਂ ਦੀ ਹੈ। ਹੁਣ ਜਦੋਂ ਇਹ ਡੇਰਾ ਵੱਲਾਂ ਦਾ ਜਿਹੜਾ ਸੀਗਾ, ਇਹਨਾਂ ਨੇ ਆਪਣਾ ਗ੍ਰੰਥ ਆਪਣਾ ਪੰਥ ਸ਼ੁਰੂ ਕਰ ਲਿਆ ਸੀ, ਗੁਰੂ ਰਵਿਦਾਸ ਦੀ ਬਾਣੀ ਦੇ ਉੱਤੇ ਇਹਨਾਂ ਨੇ ਆਪਣਾ ਗ੍ਰੰਥ ਪ੍ਰਕਾਸ਼ਿਤ ਕਰ ਲਿਆ ਸੀ। ਉਹ 'ਚੋਂ ਕਈ ਮਜ਼੍ਹਬੀ ਸਿੱਖ ਜਿਹੜੇ ਸੀਗੇ ਉਹ ਇਸ ਡੇਰੇ ਤੋਂ ਦੂਰ ਵੀ ਹੋਏ। ਸੋ ਦੂਸਰਾ ਜਿਹੜਾ ਗਰੁੱਪ ਹੈ ਉਹ ਇਹੀ ਰਵਿਦਾਸੀਆ ਰਾਮਦਾਸੀਆ ਗਰੁੱਪ ਦਾ ਹੈਗਾ ਜੀ, ਉਹ ਕੋਈ 20.76% ਹੈ। ਤੇ ਫਿਰ ਇਸ ਤੋਂ ਬਾਅਦ ਅਧਰਮੀ ਬਾਲਮੀਕੀ ਜਿਹੜੇ ਹੈਗੇ ਉਹ 10% ਜਾਂ 8% ਹੈ। ਬਾਕੀ ਦੀਆਂ ਸਾਰੀਆਂ ਗੱਲਾਂ ਹੁੰਦੀਆਂ।
ਸੋ ਇਹ ਸਾਰੇ ਦਾ ਸਾਰਾ ਜਿਹੜਾ ਸਿਸਟਮ ਹੈ, ਪਿੱਛੇ ਜੇ ਜਿਹੜੀ ਰੇਡ ਹੋਈ ਚੰਨੀ ਉਹਨਾਂ ਦੇ ਰਿਸ਼ਤੇਦਾਰਾਂ ਦੇ ਉੱਤੇ, ਜਿਹੜੀ ਉਹਨਾਂ ਦੀ ਇਮੇਜ ਨੂੰ ਥੋੜਾ ਜਿਹਾ ਧੱਕਾ ਲੱਗਿਆ, ਸ਼ਾਇਦ ਉਸ ਨੂੰ ਵੀ ਆਪਣਾ ਇੱਕ ਬੈਲੈਂਸ ਆਊਟ ਕਰਨ ਦੀ ਕੋਸ਼ਿਸ਼ ਹੈ ਚੀਫ ਮਿਨਿਸਟਰ ਚੰਨੀ ਦੀ, ਕਿ ਆਪਣੇ ਆਪ ਨੂੰ ਕਨੈਕਟਡ ਰੱਖਣ ਇਸ ਵੋਟ ਬੈਂਕ ਦੇ ਨਾਲ। ਤੇ ਇਹ ਵੀ ਯਾਦ ਹੋਣਾ ਚਾਹੀਦਾ ਕਿ ਮੈਂ ਆਪਣੇ ਸਰੋਤਿਆਂ ਨੂੰ ਯਾਦ ਕਰਾਉਣਾ ਚਾਹੀਦਾ ਕਿ 2009 ਦੇ ਵਿੱਚ ਇਸੇ ਡੇਰੇ ਦੇ ਜਿਹੜੇ ਮੁਖੀ ਸੰਤ ਨਿਰੰਜਨ ਦਾਸ ਤੇ ਉਹਨਾਂ ਦੇ ਸੈਕੰਡ ਇਨ ਕਮਾਂਡ ਸੰਤ ਰਾਮਾਨੰਦ ਜੀ ਵਿਆਨਾ ਦੇ ਵਿੱਚ ਇੱਕ ਸਮਾਗਮ 'ਚ ਉਹ ਆਪਣਾ ਪ੍ਰਵਚਨ ਕਰ ਰਹੇ ਸੀ ਕਿ ਉੱਥੇ ਕਥਿਤ ਤੌਰ ਤੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਕੁਝ ਜਿਹੜੇ ਸੀਗੇ ਜੀ ਐਕਟਿਵਿਸਟ ਨੇ ਉਹਨਾਂ ਤੇ ਹਮਲਾ ਕੀਤਾ, ਗੋਲੀ ਚਲਾਈ, ਤੇ ਉੱਥੇ ਸੰਤ ਰਾਮਾਨੰਦ ਉਹਨਾਂ ਦੀ ਮੌਤ ਹੋ ਗਈ। ਔਰ ਉਸ ਤੋਂ ਬਾਅਦ ਜੋ ਪੰਜਾਬ ਦੇ ਵਿੱਚ ਬਹੁਤ ਜ਼ਬਰਦਸਤ ਹਿੰਸਾ ਫਸਾਦ ਭੜਕਿਆ ਸੀ, 75 FIRs ਉਹਦੇ ਤੇ ਹੋਈਆਂ ਸੀ, ਤੇ ਬਹੁਤ ਅਗਰੈਸਿਵ ਜਿਹੜਾ ਸੀ ਉਹ ਸ਼ੋਅ ਆਫ ਐਂਗਰ ਪੰਜਾਬ 'ਚ ਦੇਖਣ ਨੂੰ ਮਿਲਿਆ ਸੀ। ਸੋ ਇਹ ਇੱਕ ਲੈਵਲ ਦੇ ਉੱਤੇ ਇੰਪੋਰਟੈਂਟ ਨਰਵ ਸੈਂਟਰ ਹੈ। ਦੁਆਬੇ ਦੇ ਵਿੱਚ ਤੁਸੀਂ ਵਾਸੂ ਜੀ ਇਹਦੇ 'ਚ ਇਹ ਹੈ ਕਿ ਸਟੱਡੀਜ਼ ਨੇ ਕੋਈ 3000 ਪਿੰਡ ਇਹੋ ਜਿਹੇ ਨੇ ਜਿਨ੍ਹਾਂ ਦੀ ਪੋਪੂਲੇਸ਼ਨ 40% ਤੋਂ ਵੱਧ ਦਲਿਤ ਹੈ। ਕਈ ਪਿੰਡਾਂ ਦੇ ਤਾਂ 60 ਤੋਂ 65% ਵੀ ਪੋਪੂਲੇਸ਼ਨ ਦੁਆਬੇ ਦੇ ਵਿੱਚ ਹੈਗੀ ਹੈ। ਪਿਛਲੀਆਂ 2017 ਦੀਆਂ ਇਲੈਕਸ਼ਨ ਦੇ ਵਿੱਚ ਜਿਹੜੀਆਂ 23 ਸੀਟਾਂ ਜਿਹੜੀਆਂ ਦੁਆਬੇ ਦੇ ਵਿੱਚ ਆ, ਉਹਦੇ ਵਿੱਚੋਂ 15 ਸੀਟਾਂ ਕਾਂਗਰਸ ਨੂੰ ਮਿਲੀਆਂ ਸੀ। ਕਾਂਗਰਸ ਹੁਣ ਉੱਥੇ ਆਪਣਾ ਹੋਲਡ ਜੇ ਇੰਪਰੂਵ ਨਹੀਂ ਕਰਨਾ ਚਾਹੁੰਦੀ ਕਰ ਸਕੇਗੀ ਤਾਂ ਕਮ ਸੇ ਕਮ ਉੱਥੇ ਰੱਖਣਾ ਜ਼ਰੂਰ ਚਾਹੁੰਦੀ ਹੈ। ਜੀ ਅੰਦੇਰ ਸਾਹਿਬ, ਹੁਣ ਭਗਵੰਤ ਮਾਨ ਦੀ ਜਿਹੜੀ ਸ਼ਰਾਬ ਪੀਣ ਦੀ ਆਦਤ ਹੈ, ਇਹ ਪਹਿਲਾਂ ਸੀ, ਉਹ ਇਹਨਾਂ ਦੇ ਲਈ ਸਿਆਸੀ ਕਰੀਅਰ ਦੇ ਵਿੱਚ ਇੱਕ ਅੜਿੱਕਾ ਬਣਦੀ ਰਹੀ ਹੈ। ਇਹ ਗੱਲ ਪ੍ਰਤੱਖ ਹੈ, ਸਾਰਿਆਂ ਨੂੰ ਪਤਾ। ਪਰ ਹੁਣ ਅਰਵਿੰਦ ਕੇਜਰੀਵਾਲ ਇਹ ਗੱਲ ਕਹਿੰਦੇ ਨੇ ਕਿ ਹੁਣ ਉਹ ਇਹ ਆਦਤ ਪੂਰੀ ਤਰ੍ਹਾਂ ਛੱਡ ਚੁੱਕੇ ਨੇ। ਪਰ ਚਰਨਜੀਤ ਚੰਨੀ ਨੇ ਇਸੇ ਆਦਤ ਨੂੰ ਲੈ ਕੇ ਭਗਵੰਤ ਮਾਨ ਤੇ ਇੱਕ ਵਾਰ ਫਿਰ ਤੋਂ ਹਮਲਾ ਕੀਤਾ। ਵਾਸੂ ਜੀ, ਇੱਕ ਇਹਦੇ 'ਚ ਮੈਂ ਚੁਟਕਲਾ ਦੱਸਣਾ ਆਪਣੇ ਸਰੋਤਿਆਂ ਨਾਲ ਸਾਂਝਾ ਕਰਨਾ ਚਾਹੁੰਦਾ ਕਿ ਬਹੁਤ ਸਾਰੇ ਜਿਹੜੇ ਭਗਵੰਤ ਮਾਨ ਦੇ ਕ੍ਰਿਟਿਕ ਨੇ, ਸਪੈਸ਼ਲੀ ਉਹਨਾਂ ਦੇ ਵਿਰੋਧੀ ਨੇ, ਸਿਆਸੀ ਵਿਰੋਧੀ, ਉਹ ਜ਼ਿਆਦਾ ਉਹਨਾਂ ਨੂੰ ਆਮ ਆਦਮੀ ਪਾਰਟੀ ਨੇ CM ਚਿਹਰਾ ਦੀ ਤਰ੍ਹਾਂ ਐਲਾਨਿਆ, ਉਸ ਤੋਂ ਬਾਅਦ ਉਹਨਾਂ ਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹਮਲਾ ਕਰਦੇ ਆ ਉਹਨਾਂ ਦੀ ਸ਼ਰਾਬ ਪੀਣ ਦੇ ਉੱਤੇ। ਤੇ ਉਹਦੇ 'ਚੋਂ ਇੱਕ ਮੀਮ ਬਣ ਕੇ ਸਾਹਮਣੇ ਆਇਆ ਸੀ ਕਿ ਜੇ ਸਾਰੇ ਸ਼ਰਾਬੀਆਂ ਨੇ ਸੋਚ ਲਿਆ ਕਿ ਭਗਵੰਤ ਮਾਨ ਨੂੰ ਚੀਫ ਮਿਨਿਸਟਰ ਬਣਾਉਣਾ ਤਾਂ ਬਾਕੀ ਸਾਰਿਆਂ ਦੀ ਚੀਕਾਂ ਕਢਾ ਦੇਵਾਂਗੇ। ਸੋ ਇਸ ਲੈਵਲ ਦੇ ਉੱਤੇ ਵੀ ਗੱਲਾਂ ਹੁੰਦੀਆਂ ਨੇ। ਪਰ ਹਾਂਜੀ, ਬਿਲਕੁਲ ਸੀਰੀਅਸ ਲੈਵਲ ਤੇ ਗੱਲ ਕਰੀਏ, ਭਗਵੰਤ ਮਾਨ ਜਿੱਦਣ ਦੇ ਐਲਾਨੇ ਗਏ ਨੇ CM ਚਿਹਰਾ ਆਮ ਆਦਮੀ ਪਾਰਟੀ ਤੇ, ਉਹ ਔਰ ਸਪੈਸ਼ਲੀ ਚਰਨਜੀਤ ਚੰਨੀ ਦੇ ਜਦੋਂ ਰਿਸ਼ਤੇਦਾਰਾਂ ਤੋਂ ਸਾਈਨ ਜਿਹੜੀ ED ਦੀਆਂ ਰਿਕਵਰੀਜ਼ ਹੋਈਆਂ ਕੋਈ 10 ਕਰੋੜ ਦੇ ਆਸ-ਪਾਸ, ਭਗਵੰਤ ਮਾਨ ਚਰਨਜੀਤ ਚੰਨੀ ਦੇ ਉੱਤੇ ਬਹੁਤ ਹਮਲਾਵਰ ਹੋਇਆ ਔਰ ਉਹਨਾਂ ਨੇ ਕਿਹਾ ਜੀ ਇਹ ਕਿੱਥੋਂ ਪੈਸੇ ਆਏ। ਔਰ ਈਵਨ ਰਾਘਵ ਚੱਡਾ ਨੇ ਵੀ ਕਿਹਾ ਕਿ 111 ਦਿਨਾਂ ਦੇ ਵਿੱਚ ਇਹਨਾਂ ਨੇ ਕਰੋੜਾਂ ਰੁਪਏ ਇਹਨਾਂ ਦੇ ਰਿਸ਼ਤੇਦਾਰਾਂ ਨੇ ਇਕੱਠੇ ਕਰਨੇ ਸ਼ੁਰੂ ਕਰਤੇ। ਔਰ ਚੰਨੀ ਜੋ ਕਾਫੀ ਆਪਣੇ ਵਿਰੋਧੀਆਂ ਨੂੰ ਪਛਾੜ ਕੇ ਅੱਗੇ ਲੰਘ ਰਹੇ ਸੀ ਇਮੇਜ ਦੇ ਵਿੱਚ, ਆਪਣੀ ਹਲੀਮੀ ਦੇ ਕਾਰਨ ਉਹਨਾਂ ਦੀ ਇਮੇਜ ਨੂੰ ਬੜਾ ਸੈਟਬੈਕ ਲੱਗ ਰਿਹਾ ਸੀ। ਤਾਂ ਕੱਲ ਫਗਵਾੜੇ ਦੇ ਵਿੱਚ ਕਈ ਰੈਲੀਜ਼ ਕੀਤੀਆਂ, ਦੁਆਬੇ 'ਚ ਕਈ ਜਗ੍ਹਾ ਤੇ ਬੋਲੇ, ਤਾਂ ਉਹਨਾਂ ਨੇ ਜੀ ਭਗਵੰਤ ਮਾਨ ਨੂੰ ਆਪਣਾ ਨਿਸ਼ਾਨੇ ਤੇ ਰੱਖਿਆ ਤੇ ਕਿਹਾ ਕਿ ਭਗਵੰਤ ਮਾਨ ਦੀ ਸ਼ਰਾਬ ਪੀਣ ਦੀ, ਔਰ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਲਪੇਟ ਲਿਆ। ਤੇ ਉਹ ਕਹਿੰਦੇ ਜੀ ਕੈਪਟਨ ਅਮਰਿੰਦਰ ਸਿੰਘ ਤਾਂ ਆਪਣਾ 4 ਵਜੇ ਹੀ ਦੁਕਾਨ ਬੰਦ ਕਰਕੇ ਪਾਰਟੀ ਦਾ ਸ਼ੁਰੂ ਕਰ ਲੈਂਦੇ ਸੀ। ਕਹਿੰਦੇ ਭਗਵੰਤ ਮਾਨ ਦਾ ਫਰਕ ਇਹ ਹੈ ਕਿ ਉਹ 6 ਵਜੇ ਆਪਣੀ ਦੁਕਾਨ ਬੰਦ ਕਰ ਦਿੰਦੇ ਆ, ਉਸ ਤੋਂ ਬਾਅਦ ਉਹ ਲੋਕਾਂ ਨੂੰ ਅਵੇਲੇਬਲ ਨਹੀਂ। ਔਰ ਆਪਣਾ ਉਹਨਾਂ ਨੇ ਕਿਹਾ ਕਿ ਜਿੱਦਣ ਦਾ ਮੈਂ CM ਬਣਿਆ ਮੈਂ ਟਿਕਿਆ ਜੀ ਨਾ, ਸੌਣਾ ਵਾ ਨਾ ਕਿਸੇ ਨੂੰ ਸੌਣ ਦੇਣਾ, ਤੇ ਅਫਸਰਾਂ ਨੂੰ 3-3 ਸ਼ਿਫਟਾਂ ਦੇ ਵਿੱਚ ਕੰਮ ਕਰਨਾ ਪੈ ਰਿਹਾ। ਤੇ ਭਗਵੰਤ ਮਾਨ ਦੇ ਉੱਤੇ ਉਹਨਾਂ ਨੇ ਇਹ ਵੀ ਯਾਦ ਕਰਾਇਆ ਕਿ ਜਿਹੜੇ ਫਤਿਹਗੜ੍ਹ ਸਾਹਿਬ ਤੋਂ ਉਸ ਵੇਲੇ ਆਮ ਆਦਮੀ ਪਾਰਟੀ ਦੇ MP ਜਿੱਤੇ ਸੀ ਹਰਿੰਦਰ ਸਿੰਘ ਖਾਲਸਾ, ਉਹਨਾਂ ਨੇ ਸਪੀਕਰ ਨੂੰ ਲਿਖਤੀ ਚਿੱਠੀ 'ਚ ਕਿਹਾ ਸੀ ਕਿ ਮੇਰੀ ਸੀਟ ਬਦਲ ਦਿੱਤੀ ਜਾਵੇ, ਕਿਉਂਕਿ ਜੇ ਭਗਵੰਤ ਮਾਨ ਦੇ ਕੋਲੋਂ ਜਿਹੜੀ ਹੈਗੀ ਹੈ ਬਹੁਤ ਗੰਦੀ ਬਦਬੂ ਸ਼ਰਾਬ ਦੀ ਆਉਂਦੀ ਹੈ। ਔਰ ਉਹ ਸਾਰੀ ਦੀ ਸਾਰੀ ਗੱਲ ਉਹਨਾਂ ਨੇ ਇਹਦੇ ਤੇ ਕਿਹਾ ਕਿ ਇਹੋ ਜਿਹੇ ਲੋਕਾਂ ਨੂੰ ਅਸੀਂ ਕਿਸ ਤਰ੍ਹਾਂ ਸੀਰੀਅਸ ਕੰਮ ਵਾਸਤੇ ਜਿਹੜੇ ਇੰਪੋਰਟੈਂਟ ਪਬਲਿਕ ਟਾਸਕ ਨੇ ਉਹਨਾਂ ਦੇ ਉੱਤੇ ਕਿਵੇਂ ਅਸੀਂ ਵਿਸ਼ਵਾਸ ਕਰ ਸਕਦੇ ਹਾਂ। ਇਹਦੇ 'ਚ ਜਿਹੜੇ ਹੈਗੇ ਆ ਕੀ ਲੋਕਾਂ ਦੇ ਉੱਤੇ ਅਸਰ ਹੋਏਗਾ। ਫਿਰ ਉਹੀ ਆਪਾਂ ਪਹਿਲਾਂ ਗੱਲ ਕਰਦੇ ਸੀ ਕਿ ਲੜਾਈ ਪਰਸਨਲ ਹੁੰਦੀ ਜਾ ਰਹੀ ਹੈ, ਤੇ ਜਿਹੜੇ ਇੱਕ ਦੂਜੇ ਤੇ ਲੀਡਰਸ ਦੇ ਜਿਹੜੇ ਇੱਕ ਦੂਸਰੇ ਤੇ ਬਿਆਨਬਾਜ਼ੀ ਵੀ ਹੈ ਉਹਦਾ ਸਤਰ ਵੀ ਥੱਲੇ ਜਾ ਰਿਹਾ, ਤੇ ਨਾਲ ਜਿਹੜੀ ਹੈਗੀ ਹੈ ਇੱਕ ਲੈਵਲ ਤੇ ਇੱਕ ਜਿਹਨੂੰ ਕਹਿੰਦੇ ਨੇ ਕੜੱਤਨ ਜਿਹੜੀ ਮਾਹੌਲ ਦੇ ਵਿੱਚ ਜ਼ਿਆਦਾ ਵੱਧਦੀ ਜਾ ਰਹੀ ਹੈ। ਭਗਵੰਤ ਮਾਨ ਦੀ ਜਿਹੜੀ ਸ਼ਰਾਬ ਪੀਣ ਦੀ ਆਦਤ ਹੈ
ਠੀਕ ਹੈ ਜੀ, ਪਹਿਲਾਂ ਵੀ ਕਿਸੇ ਤੇ ਸੀਗੀ, ਪਰ ਪੰਜਾਬ ਦੇ ਵਿੱਚ ਕੌਣ ਨਹੀਂ ਪੀਂਦਾ ਇਸ ਵੇਲੇ। ਮੈਂ ਕੋਈ ਇਹਨੂੰ ਐਂਡੋਰਸ ਨਹੀਂ ਕਰਦਾ, ਪਰ ਜਿਹੜੀਆਂ ਪਰਸਨਲ ਲੈਵਲ ਦੀਆਂ ਕਈ ਵਾਰੀ ਉਹਨਾਂ ਦੀਆਂ ਵੀਡੀਓਜ਼ ਆਈਆਂ ਨੇ ਉੱਪਰ, ਉਹ ਪੁਰਾਣੀਆਂ ਨੇ। ਹੁਣ ਨਵੀਂ ਕੋਈ ਵੀਡੀਓ ਭਗਵੰਤ ਮਾਨ ਦੀ ਤਾਂ ਨਹੀਂ ਆਈ, ਪਰ ਭਗਵੰਤ ਮਾਨ ਦੀ ਸਿਰਫ ਸ਼ਰਾਬ ਪੀਣ ਦੀ ਆਦਤ ਕ੍ਰਿਟਿਸਾਈਜ਼ ਕਰਨ ਨੂੰ ਰਹਿ ਗਈ ਕਿ ਤਾਂ ਕਾਂਗਰਸ ਵਰਗੀ ਪਾਰਟੀ ਨੂੰ ਆਪਣੇ ਸੋਚਣਾ ਚਾਹੀਦਾ ਕਿ ਉਹ ਆਪਣੇ ਵਿਰੋਧੀਆਂ ਦੇ ਖਿਲਾਫ ਕਿਹੜੇ ਮੁੱਦਿਆਂ ਦੇ ਉੱਤੇ ਉਠਾ ਸਕਦੇ ਆ ਤੇ ਤਾਂ ਕਿ ਲੋਕਾਂ ਦਾ ਵਿਸ਼ਵਾਸ ਜਿੱਤਣ। ਪੰਦੇਰ ਸਾਹਿਬ, ਅਕਸਰ ਇਹ ਗੱਲ ਕੀਤੀ ਜਾਂਦੀ ਹੈ ਕਿ ਚੋਣਾਂ ਦੇ ਵਿੱਚ ਪਾਰਟੀਆਂ ਲਈ ਵੋਟ ਮੰਗਣਾ ਇੰਨਾ ਔਖਾ ਨਹੀਂ ਹੁੰਦਾ ਜਿੰਨਾ ਔਖਾ ਹੁੰਦਾ ਟਿਕਟ ਵੰਡਣਾ। ਕਹਿੰਦੇ ਵੀ ਖੁਸ਼ ਤਾਂ ਇੱਕ ਬੰਦਾ ਹੁੰਦਾ ਜਿਹਨੂੰ ਟਿਕਟ ਮਿਲਦੀ ਹੈ, ਪਰ ਉਹਦੇ ਨਾਲ ਦੇ 10 ਹੋਰ ਨਾਰਾਜ਼ ਹੋ ਜਾਂਦੇ ਨੇ। ਹੁਣ ਕਾਂਗਰਸ ਵੱਲੋਂ ਆਪਣੀ ਦੂਜੀ ਸੂਚੀ ਜਾਰੀ ਕੀਤੀ ਗਈ ਹੈ, ਤੁਸੀਂ ਕੱਲ੍ਹ ਇਹ ਜਾਣਕਾਰੀ ਸਾਂਝੀ ਕੀਤੀ ਸੀ। ਉਸ ਤੋਂ ਬਾਅਦ ਹੁਣ ਕਾਂਗਰਸ ਦੇ ਵਿੱਚ ਵੀ ਬਹੁਤ ਸਾਰੇ ਲੋਕ ਨਾਰਾਜ਼ ਹੋ ਗਏ ਨੇ। ਬਿਲਕੁਲ ਵਾਸੂ ਜੀ, ਗੱਲ ਇਹ ਆ ਜਿਹੜੀ ਇਹਦੀ ਜ਼ਿੰਮੇਵਾਰੀ ਖੁਦ ਸਿਆਸੀ ਪਾਰਟੀਆਂ ਦੀ ਆ। ਸਿਆਸੀ ਪਾਰਟੀਆਂ ਨੇ ਆਪਣਾ ਜਿਹੜਾ, ਜਿਸ ਨੂੰ ਕਹਿ ਸਕਦੇ ਆ ਸਿਧਾਂਤਕ ਜਿਹੜਾ ਸੂਤਰ ਹੁੰਦਾ ਸੀ ਜੀ, ਜਿਸ ਨੂੰ ਆਈਡੀਓਲੋਜੀਕਲ ਕੋਰ ਕਹਿੰਦੇ ਸੀ, ਉਹਨੂੰ ਛੱਡ ਕੇ ਇੱਕ ਨਵਾਂ ਫਾਰਮੂਲਾ ਬਣਾ ਲਿਆ ਜੀ। ਉਹ ਹਰ ਇੱਕ ਵਾਰੀ ਕਹਿੰਦੇ ਜੀ ਵਿਨੇਬਿਲਿਟੀ ਇੱਕ ਹੋਊਗਾ ਜੀ ਕ੍ਰਾਈਟੇਰੀਆ ਜਿਹਨੂੰ ਅਸੀਂ ਟਿਕਟਾਂ ਦੇਣੀਆਂ। ਹੁਣ ਜਾਂ ਤਾਂ ਤੁਸੀਂ ਜੇ ਇਹ ਕ੍ਰਾਈਟੇਰੀਆ ਹੋਵੇ ਕਿ ਕਿਸ ਬੰਦੇ ਨੇ ਪਾਰਟੀ ਦੇ ਨਾਲ ਕਿੰਨੀ ਦੇਰ ਲਾਇਲ ਰਿਹਾ, ਪਾਰਟੀ ਦੀ ਵਿਚਾਰਧਾਰਾ ਨੂੰ ਕਿੰਨਾ ਪ੍ਰਮੋਟ ਕੀਤਾ, ਕਿਸ ਲੈਵਲ ਦੇ ਉੱਤੇ ਆਪਣਾ ਜਿਹੜਾ ਹੈਗਾ ਉਹ ਗੱਲਬਾਤ ਕੀਤੀ ਹੈ, ਵਧਾਈ ਆ ਪਾਰਟੀ ਦਾ ਜਿਹੜਾ ਇਮੇਜ ਹੈ, ਉਹ ਤਾਂ ਗੱਲ ਨਹੀਂ ਦੇਖੀ ਜਾਂਦੀ। ਵਿਨੇਬਿਲਿਟੀ ਹੈ। ਹੁਣ ਵਿਨੇਬਿਲਿਟੀ ਤਾਂ ਹਰ ਇੱਕ ਕਹਿੰਦਾ ਜੀ ਮੈਂ ਵਿਨੇਬਲ ਹਾਂ ਜੀ, ਮੈਨੂੰ ਟਿਕਟ ਮਿਲਣੀ ਚਾਹੀਦੀ ਹੈ, ਮੈਂ ਤਾਂ ਜਿੱਤ ਜੂੰਗਾ। ਸੋ ਹਰ ਇੱਕ ਥਾਪੀਆਂ ਮਾਰਦਾ ਫਿਰਦਾ। ਤੇ ਇਹਦੇ ਵਿੱਚ ਹੁਣ ਗੱਲ ਤਾਂ ਇਹ ਆਈ ਹੈ ਜੀ ਕਿ ਜਿਸ ਤਰ੍ਹਾਂ ਅਸੀਂ ਕੱਲ ਗੱਲ ਕੀਤੀ ਸੀ ਕਿ ਸਾਹਨੇਵਾਲ ਤੋਂ ਵਿਕਰਮ ਬਾਜਵਾ ਜੋ ਸਨ ਇਨ ਲਾਅ ਨੇ ਰਜਿੰਦਰ ਕੌਰ ਭੱਠਲ ਦੇ ਜਵਾਈ ਆ, ਉਹਨਾਂ ਨੂੰ ਟਿਕਟ ਮਿਲੀ ਹੈ। ਤੇ ਉਸ ਦੇ ਵਿੱਚ ਜਿਹੜੀ ਇੱਕ ਸਿੰਗਰ ਹੈ ਆਪਣੀ ਬਿੱਟੀ, ਸੁਖਿੰਦਰ ਬਿੱਟੀ, ਉਹਨਾਂ ਨੇ ਰਿਵੋਲਟ ਕਰ ਦਿੱਤਾ ਕਿ ਮੈਂ ਉੱਥੋਂ ਹੁਣ ਆਪਣੇ ਗੱਲਬਾਤ ਕਰਕੇ ਇਲੈਕਸ਼ਨ ਲੜੂੰਗੇ। ਇਹ ਤਾਂ ਹੈਗੀ ਆ ਜੀ ਬੀਬੀ ਭੱਠਲ ਦੇ ਖਿਲਾਫ ਰਿਵੋਲਟ ਹੋ ਗਿਆ। ਸਮਰਾਲੇ ਤੋਂ ਅਮਰੀਕ ਸਿੰਘ, ਉਹਨਾਂ ਨੂੰ ਉਹ ਆਪਣੇ ਜਿਹੜੇ ਪੋਤਰੇ ਵਾਸਤੇ ਟਿਕਟ ਮੰਗ ਰਹੇ ਸੀ ਤੇ ਕਿਉਂਕਿ ਉਹਨੂੰ ਕਹਿੰਦੇ, ਪਰ ਉਹਨੂੰ ਡਿਨਾਈ ਕਰ ਦਿੱਤੀ ਗਈ। ਕਰਮ ਸਿੰਘ ਗਿੱਲ ਇੱਕ ਸਾਬਕਾ ਵਜ਼ੀਰ ਹੁੰਦੇ ਸੀ, ਉਹਨਾਂ ਦੇ ਬੇਟੇ ਨੂੰ ਟਿਕਟ ਮਿਲ ਗਈ ਹੈ। ਤਾਂ ਹੁਣ ਅਮਰੀਕ ਸਿੰਘ ਢਿੱਲੋਂ ਜਿਹੜੇ ਹੈਗੇ ਆ, ਉਹ ਕਹਿੰਦੇ ਮੈਂ ਖੁਦ ਫੇਰ ਇਲੈਕਸ਼ਨ ਲੜੂੰਗਾ, ਮੈਂ 4 ਵਾਰੀ ਸਮਰਾਲਾ ਸੀਟ ਜਿੱਤ ਕੇ ਕਾਂਗਰਸ ਦੀ ਝੋਲੀ ਪਾਈ ਹੈ, ਕਾਂਗਰਸ ਨੇ ਮੇਰੇ ਪਰਿਵਾਰ ਦੀ ਅਣਦੇਖੀ ਕੀਤੀ ਹੈ। ਫਿਰ ਇਸੇ ਤਰ੍ਹਾਂ ਜਿਹੜੀ ਹੈਗੀ ਆ ਤੁਸੀਂ ਇਸ ਤੇ ਆ ਜਾਓ ਜੀ ਕਿ ਤ੍ਰਿਪਤ ਰਜਿੰਦਰ ਬਾਜਵਾ ਜੋ ਮੋਢੀ ਸਨ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਵਾਸਤੇ, ਉਹਨਾਂ ਦੀ ਤੁਸੀਂ ਉਹ ਦੇਖੋ ਜੀ, ਉਹਨਾਂ ਨੇ ਵੀ ਆਪਣਾ ਕੱਲ ਬਿਗਲ ਵਜਾਤਾ ਕਿ ਉਹ ਬਟਾਲੇ ਦੇ ਵਾਸਤੇ ਸੀਟ ਜਿਹੜੀ ਸੀਗੀ ਕਿ ਉਹ ਆਪਣੇ ਪੁੱਤਰ ਵਾਸਤੇ ਮੰਗ ਰਹੇ ਸੀ ਤੇ ਉਹ ਨਈ ਸੀਟ ਮਿਲੀ, ਅਸ਼ਵਨੀ ਸੈਕੜੀ ਨੂੰ ਅਨਾਉਂਸ ਕਰ ਦਿੱਤਾ ਗਿਆ। ਤੇ ਉਸ ਲੈਵਲ ਦੇ ਉੱਤੇ ਵੀ ਜਿਹੜੀ ਹੈਗੀ ਆ ਉਹ ਤ੍ਰਿਪਤ ਬਾਜਵਾ ਕਹਿੰਦੇ ਜੀ ਉਹਨਾਂ ਦਾ ਬੇਟਾ ਲੜੇਗਾ ਔਰ ਉਹ ਆਪਣੇ ਬੇਟੇ ਦੀ ਸਪੋਰਟ ਵੀ ਕਰਨਗੇ ਬਟਾਲੇ ਦੇ ਵਿੱਚ। ਇਹ ਵੀ ਕਰਤੀ ਸਿੱਧੀ ਪਾਰਟੀ ਦੇ ਖਿਲਾਫ ਰਿਬੈਲੀਅਨ। ਰਾਣਾ ਗੁਰਜੀਤ ਦਾ ਤਾਂ ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ, ਆਪਣੇ ਬੇਟੇ ਵਾਸਤੇ ਉਹਨਾਂ ਨੇ ਤਾਂ ਕੈਂਪੇਨ ਸੁਲਤਾਨਪੁਰ ਲੋਧੀ ਨਵਤੇਜ ਚੀਮਾ ਦੇ ਖਿਲਾਫ ਆਲਰੇਡੀ ਕਰ ਚੁੱਕੇ ਨੇ। ਸੋ ਇਸੇ ਤਰ੍ਹਾਂ ਦਾਖੇ ਦੇ ਵਿੱਚੋਂ ਮਲਕੀਅਤ ਦਾਖਾ ਜਿਹੜੇ ਹੈਗੇ ਆ ਉਹ ਵੀ ਔਖੇ ਨੇ, ਉਹਨਾਂ ਨੂੰ ਸੀਟ ਡਿਨਾਈ ਕੀਤੀ ਗਈ ਹੈ। ਕਿਸੇ ਟਾਈਪ ਦੇ ਬੇਅੰਤ ਸਿੰਘ ਦੇ ਕਾਫੀ ਕਰੀਬੀ ਮੰਨੇ ਜਾਂਦੇ ਸੀ, ਉਹਨਾਂ ਦਾ ਵੀ ਜਿਹੜਾ ਹੈਗਾ ਕਾਫੀ ਹੁਣ ਉਹਨਾਂ ਨੇ ਵੀ ਵਿਰੋਧ ਜ਼ਾਹਰ ਕਰਤਾ ਤੇ ਕਹਿੰਦੇ ਮੈਂ ਜਲਦੀ ਹੀ ਆਪਣੇ ਜਿਹੜੇ ਸਾਥੀਆਂ ਨਾਲ ਗੱਲ ਕਰਕੇ ਇਹ ਗੱਲ ਕਰੂੰਗਾ ਕਿ ਮੈਂ ਆਜ਼ਾਦ ਖੜਾ ਹੋਣਾ ਕਿ ਨਹੀਂ ਹੋਣਾ। ਬਹੁਤ ਸਾਰੀਆਂ ਸੀਟਾਂ ਦੇ ਉੱਤੇ ਜਿਹੜੀਆਂ ਇਹ ਸੀਨੀਅਰ ਲੀਡਰਸ ਦਾ ਜਿਹੜਾ ਸੀ ਕਹਿ ਸਕਦੇ ਹੋ ਕਲੇਮ ਸੀ, ਰਿਜੈਕਟ ਹੋ ਗਿਆ। ਜਿਹੜੀ ਨਵੀਂ ਪਾਰਟੀ ਦਾ ਹਾਇਰਾਰਕੀ ਹੈਗੀ ਹੈ, ਜਿਹੜੀ ਨਵੇਂ ਪਾਵਰ ਸੈਂਟਰ ਨੇ ਚਰਨਜੀਤ ਚੰਨੀ ਔਰ ਨਵਜੋਤ ਸਿੱਧੂ, ਜਿਹੜੇ ਉਹਨਾਂ ਦੇ ਖੇਮਿਆਂ 'ਚ ਸੈੱਟ ਨਹੀਂ ਸੀ ਹੋਏ, ਜਾਂ ਈਵਨ ਚਰਨਜੀਤ ਚੰਨੀ ਤਾਂ ਆਪਣੇ ਭਰਾ ਨੂੰ ਟਿਕਟ ਨਹੀਂ ਦਵਾ ਸਕੇ, ਉਹ ਵੀ ਮੈਦਾਨ 'ਚ ਇੱਥੇ ਬਸੀ ਪਠਾਣਾ ਤੋਂ ਕਹਿੰਦੇ ਮੈਂ ਖੜੇ ਹੋਣਾ ਹੀ ਹੋਣਾ। ਸੋ ਇਹੋ ਜਿਹੀਆਂ ਲੈਵਲ ਦੀਆਂ ਜਿਹੜੀਆਂ ਦਿੱਕਤਾਂ ਨੇ ਕਾਂਗਰਸ ਵਾਸਤੇ, ਜਿਹੜੀ ਦੂਸਰੀ ਪਾਰਟੀਆਂ ਦੇ ਨਾਲ ਜਿਹੜਾ ਇਹਨਾਂ ਦਾ ਕੰਪੀਟੀਸ਼ਨ ਹੋਣਾ, ਉਹਦੇ ਨਾਲ ਤਾਂ ਜ਼ਿਆਦਾ ਇਹ ਹੈ ਕਿ ਆਪਣੇ ਹੀ ਜਿਹੜੇ ਬਾਗੀ ਨੇ ਉਹਨਾਂ ਨੂੰ ਇਹ ਕਿਵੇਂ ਸਾਂਭਣਗੇ। ਜੀ ਪੰਦੇਰ ਸਾਹਿਬ, ਹੁਣ ਆਮ ਆਦਮੀ ਪਾਰਟੀ ਦਾ ਕਹਿਣਾ ਹੈ, ਕਹਿੰਦੇ ਜੇ ਸਾਡੀ ਸਰਕਾਰ ਬਣ ਗਈ ਤੇ ਕਹਿੰਦੇ ਪੰਜਾਬ ਦੇ ਵਿੱਚ ਡਰੱਗ ਮਾਫੀਆ ਖਤਮ ਕਰਨ ਲਈ ਅਸੀਂ ਕਹਿੰਦੇ ਪੁਲਿਸ ਨੂੰ ਖੁੱਲ੍ਹਾ ਰਸਾ ਦੇ ਦੇਣਾ, ਕੋਈ ਵੀ ਕਹਿੰਦੇ ਇਹਦੇ ਵਿੱਚ ਸਰਕਾਰੀ ਦਖਲ ਨਹੀਂ ਹੋਏਗੀ। ਹਾਂਜੀ ਬਿਲਕੁਲ ਵਾਸੂ ਜੀ, ਇਹਦੇ ਬੜੀ ਜਿਹਨੂੰ ਕਹਿੰਦੇ ਅਲੱਗ ਗੱਲ ਹੋ ਕੇ ਗੱਲ ਕੀਤੀ ਹੈ ਕਿ ਜਦ
ਇੱਕ ਦੂਜੇ ਤੇ ਚਿੱਕੜ ਉਛਾਲਣ ਦੀ ਗੱਲ ਚੱਲ ਰਹੀ ਹੈ ਸਾਰੇ ਪਾਸੇ। ਜਿਹੜੇ ਲੀਡਰ ਨੇ ਬਾਕੀ ਦੀਆਂ ਰਵਾਇਤੀ ਪੋਲੀਟੀਕਲ ਪਾਰਟੀ ਦੇ, ਉਹ ਇੱਕ ਦੂਜੇ ਦੇ ਉੱਤੇ ਨਿੱਜੀ ਤੌਰ ਤੇ ਹਮਲੇ ਬੋਲ ਰਹੇ ਆ। ਤਾਂ ਆਮ ਆਦਮੀ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਔਰ ਹੁਣ ਇਸ ਵੇਲੇ ਸੀਐਮ ਚਿਹਰਾ ਨੇ ਭਗਵੰਤ ਮਾਨ, ਉਹਨਾਂ ਨੇ ਇੱਕ ਇੰਟਰੈਕਸ਼ਨ ਦੇ ਵਿੱਚ ਗੱਲ ਕੀਤੀ ਹੈ ਕਿ ਆਮ ਆਦਮੀ ਪਾਰਟੀ ਦੀ ਇੱਕ ਉਹਨਾਂ ਨੇ ਵਿਜ਼ਨ ਦੱਸਣ ਦੀ ਕੋਸ਼ਿਸ਼ ਕੀਤੀ ਹੈ ਜੀ। ਔਰ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਪੁਲਿਸ ਨੂੰ ਜਿਹੜਾ ਹੈਗਾ ਇੱਕ ਫ੍ਰੀ ਹੈਂਡ ਦੇਵਾਂਗੇ, ਤਾਂ ਕਿ ਪਹਿਲੀ ਗੱਲ ਤਾਂ ਪੁਲਿਸ ਜਿਹੜੀ ਹੈਗੀ ਆ ਉਹ ਇੰਟਰਨਲ ਸਿਕਿਉਰਿਟੀ ਜਿਹੜੀ ਹੈ ਔਰ ਬਈ ਸੇਫਟੀ ਜਿਹੜੀ ਜਾਨ ਮਾਲ ਦੀ ਰੱਖਿਆ ਆਮ ਨਾਗਰਿਕ ਦੀ, ਕਿਉਂਕਿ ਆਏ ਦਿਨ ਕਿਸੇ ਨਾ ਕਿਸੇ ਲੈਵਲ ਤੇ ਕੋਈ ਸਨੈਚਿੰਗ ਹੋ ਜਾਂਦੀ ਆ, ਕਿਸੇ ਗਲੇ ਦੀ ਚੇਨੀ ਤੋਂ ਲੈ ਕੇ ਕਾਰਾਂ ਤੱਕ ਜਿਹੜੀਆਂ ਹੈਗੀਆਂ ਉਹ ਖੋਹ ਲਿੱਤੀਆਂ ਜਾਂਦੀਆਂ ਨੇ, ਜਿਹਦੇ ਨਾਲ ਇੱਕ ਭੈ ਦਾ ਮਾਹੌਲ ਸਮਾਜ ਦੇ ਵਿੱਚ ਰਹਿੰਦਾ ਔਰ ਉਹ ਕਹਿੰਦੇ ਚਿੰਤਾ ਦਾ ਵਿਸ਼ਾ। ਜਦ ਤੱਕ ਕਿ ਤੁਹਾਡਾ ਸਮਾਜ ਭੈ ਮੁਕਤ ਨਹੀਂ ਹੁੰਦਾ, ਉਹ ਡਿਵੈਲਪਮੈਂਟ ਵਾਲੇ ਪਾਸੇ ਨਹੀਂ ਜਾਂਦਾ। ਸੋ ਫਿਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਡਰੱਗਸ ਦਾ ਵੀ ਜਿਹੜਾ ਮਾਮਲਾ ਹੈ ਉਹਦੇ ਉੱਤੇ ਬਹੁਤ ਸੰਜੀਦਾ ਹੈਗਾ ਔਰ ਉਹਨੂੰ ਅਸੀਂ ਗ੍ਰਾਸ ਰੂਟ ਲੈਵਲ ਤੋਂ ਫੜਾਂਗੇ ਔਰ ਕੱਲਾ ਜਿਹੜੇ ਲੋਕੀ ਪੁਲਿਸ ਨੂੰ ਫ੍ਰੀ ਹੈਂਡ ਦੇਣਾ ਕਿ ਇਹ ਰੋਕਿਆ ਜਾਵੇ ਜਿਹੜੇ ਤਸਕਰ ਨੇ, ਤੇ ਰੀਹੈਬਿਲਿਟੇਸ਼ਨ ਸੈਂਟਰਸ ਜਿਹੜੇ ਹੈ ਉਹ ਰੀਹੈਬ ਸੈਂਟਰਸ ਦੇ ਵਿੱਚ ਉਹਨਾਂ ਦਾ ਵੀ ਟੋਟਲ ਟਰਾਂਸਫਾਰਮੇਸ਼ਨ ਕਰਨੀ ਆ, ਉਹਨਾਂ ਨੂੰ ਸਾਇੰਟੀਫਿਕ ਤਰੀਕੇ ਦੇ ਨਾਲ ਚਲਾਵਾਂਗੇ। ਇਹ ਨਹੀਂ ਹੈ ਕਿ ਉੱਥੇ ਜਾ ਕੇ ਤੁਸੀਂ ਆਪਣਾ ਜਿਹੜਾ ਐਡਿਕਟ ਆ ਉਹਨੂੰ ਭਰਤੀ ਕਰ ਦਿਓ, ਉਹਦੀ ਕੁੱਟਮਾਰ ਹੋਵੇ ਜਾਂ ਇੱਕ ਨਸ਼ਾ ਤੋਂ ਛਡਾ ਕੇ ਦੂਜੇ ਨਸ਼ੇ ਤੇ ਲਾ ਦਿੱਤਾ ਜਾਵੇ। ਉਹ ਕਹਿੰਦੇ ਨਸ਼ਿਆਂ ਤੋਂ ਕਿਸ ਤਰ੍ਹਾਂ ਦੂਰ ਕਰਨਾ ਵਾ ਸਾਰੇ ਇਹਨੂੰ ਉਹ ਹੈਗਾ। ਸੋ ਇੰਟਰਨਲ ਸਿਕਿਉਰਿਟੀ ਔਰ ਇੱਕ ਪ੍ਰੋਮਿਸ ਯੂਥ ਨੂੰ ਕਿ ਅੱਗੇ ਕਿਸ ਤਰ੍ਹਾਂ ਵਧਣਾ, ਮਾਹੌਲ ਜਿਹੜਾ ਹੈ ਸੂਬੇ ਦਾ ਉਹ ਕਹਿੰਦੇ ਉਹਨੂੰ ਸੁਖਾਵਾਂ ਬਣਾਉਣਾ ਤਾਂ ਕਿ ਇੱਕ ਅਟਰੈਕਟਿਵ ਪਲੇਸ ਬਣ ਸਕੇ ਲੋਕਾਂ ਨੂੰ ਇਨਵੈਸਟਮੈਂਟ ਕਰਨ ਦਾ, ਕੰਮਕਾਜ ਕਰਨ ਦੇ ਤਰੀਕੇ ਦੇ ਨਾਲ। ਔਰ ਇਹ ਸਾਰੀ ਦੀ ਸਾਰੀ ਗੱਲ ਆਉਂਦੀ ਹੈ। ਪਰ ਵਾਸੂ ਜੀ ਇਹਦੇ ਉੱਤੇ ਵੀ ਗੱਲਬਾਤ ਸਾਹਮਣੇ ਇਹ ਆਉਂਦੀ ਹੈ ਕਿ ਜਿਹੜਾ ਫ੍ਰੀ ਹੈਂਡ ਹੈ ਪੁਲਿਸ ਨੂੰ ਕਿੱਥੇ ਤੱਕ ਤੁਸੀਂ ਦੇ ਸਕਦੇ ਹੋ। ਅਸੀਂ ਪੰਜਾਬ ਦੇ ਵਿੱਚ ਆਲਰੇਡੀ ਇਹ ਭੁਗਤ ਚੁੱਕੇ ਹਾਂ ਕਿ ਜਿਹੜੀ ਪੋਲੀਟੀਕਲ ਲੀਡਰਸ਼ਿਪ ਆ ਉਹਨੂੰ ਸਾਈਡ ਤੇ ਹਟਾ ਦਿੱਤਾ ਗਿਆ ਸੀ ਔਰ ਕੇਂਦਰੀ ਜਿਹੜਾ ਰਾਜ ਜਿਹਨੂੰ ਗਵਰਨਰ ਰੂਲ ਜਾਂ ਪ੍ਰੈਜ਼ੀਡੈਂਟ ਰੂਲ ਲਾਇਆ ਗਿਆ ਸੀ, ਜਿਸ 'ਚ ਪੁਲਿਸ ਨੂੰ ਫ੍ਰੀ ਹੈਂਡ ਦਿੱਤਾ ਸੀ। ਬੇਸ਼ੱਕ ਕਿਹਾ ਗਿਆ ਸੀ ਕਿ ਅੱਤਵਾਦ ਜਾਂ ਦਹਿਸ਼ਤਗਰਦੀ ਦੇ ਖਿਲਾਫ ਪੁਲਿਸ ਨੂੰ ਫ੍ਰੀ ਹੈਂਡ ਦਿੱਤਾ, ਪਰ ਪੁਲਿਸ ਦੇ ਨਾਲ ਦੀ ਨਾਲ ਜਿਹੜੇ ਝੂਠੇ ਮੁਕਾਬਲੇ ਬਣਾ ਕੇ ਜਿਹੜੇ ਈਵਨ ਬਹੁਤ ਸਾਰੇ ਬੇਦੋਸ਼ੇ ਜਿਹੜੇ ਨੌਜਵਾਨ ਸੀ ਉਹ ਗਾਇਬ ਕਰਤੇ। ਉਹਨਾਂ ਚੋਂ ਹਜ਼ਾਰਾਂ ਜਿਹੜੇ ਨੌਜਵਾਨ ਨੇ ਉਹਨਾਂ ਦੇ ਪਰਿਵਾਰ ਹਾਲੇ ਵੀ ਉਡੀਕਦੇ ਨੇ, ਉਹਨਾਂ ਨੂੰ ਪਤਾ ਹੀ ਨਹੀਂ ਥੌ ਟਿਕਾਣੇ ਦਾ ਵੀ ਕਿੱਥੇ ਗਏ, ਕਿੱਥੇ ਖੱਪ ਗਏ, ਜਿਉਂਦੇ ਵੀ ਨੇ ਕਿ ਮਰ ਗਏ। ਇਹ ਪੁਲਿਸ ਨੂੰ ਜਿਹੜਾ ਫ੍ਰੀ ਹੈਂਡ ਦੇਣ ਦੀ ਗੱਲ ਕਈ ਵਾਰੀ ਹੁੰਦੀ ਹੈ, ਇਹ ਕਿੱਥੇ ਤੱਕ ਵਾਜਬ ਹੈ? ਮੇਰੇ ਹਿਸਾਬ ਦੇ ਨਾਲ ਇੱਕ ਰਿਸਪੌਂਸਿਬਲ ਪੋਲੀਟੀਕਲ ਲੀਡਰਸ਼ਿਪ ਚਾਹੀਦੀ ਹੈ ਜਿਹਦੀ ਅਗਵਾਈ ਹੇਠ ਪੁਲਿਸ ਕੰਮ ਕਰੇ। ਫ੍ਰੀ ਹੈਂਡ ਦੇ ਦੇਣਾ, ਉਹਦੇ ਨਾਲ ਕਹੋ ਜੀ ਵੀ ਪੁਲਿਸ ਨੂੰ ਕਹੋ ਜੀ ਖੁੱਲੀ ਛੁੱਟੀ ਤੇ ਇਹ ਹੱਲ ਕਰ ਦਿਓ, ਮੇਰੇ ਕਈ ਵਾਰੀ ਉਹ ਲੱਗਦਾ ਉਹ ਕਾਊਂਟਰ ਪ੍ਰੋਡਕਟਿਵ ਵੀ ਹੋ ਸਕਦੀ ਹੈ। ਪਰ ਜਿਹੜੇ ਹੈਗੇ ਭਗਵੰਤ ਮਾਨ ਜਾਂ ਬਹੁਤ ਸਾਰੇ ਅੱਜ ਕੱਲ੍ਹ ਇਹ ਇੱਕ ਪ੍ਰਚਲਿਤ ਹੈ ਜੀ ਪੁਲਿਸ ਨੂੰ ਫ੍ਰੀ ਹੈਂਡ ਦਿਓ, ਪੁਲਿਸ ਨੂੰ ਡੀਪੋਲਿਟਿਸਾਈਜ਼ ਕਰੋ, ਇਹਦੇ ਤੇ ਸਿਆਸੀ ਅਸਰ ਨਹੀਂ ਹੋਣਾ ਚਾਹੀਦਾ। ਸਿਆਸਤ ਠੀਕ ਹੋ ਜਾਣੀ ਚਾਹੀਦੀ ਹੈ ਤੇ ਚੰਗੀ ਸਿਆਸਤ ਦੇ ਥੱਲੇ ਪੁਲਿਸ ਕੰਮ ਕਰੇ ਉਹ ਬੈਟਰ ਹੈ ਕਿ ਪਰ ਸਿਆਸਤ ਤੋਂ ਬਿਲਕੁਲ ਹੀ ਬਈ ਤੁਹਾਡਾ ਕੋਈ ਕੰਟਰੋਲ ਹੀ ਨਾ ਹੋਵੇ ਪੁਲਿਸ ਦੇ ਉੱਤੇ। ਮੇਰੇ ਹਿਸਾਬ ਦੇ ਨਾਲ ਅਸੀਂ ਪਹਿਲਾਂ ਇੱਕ ਵਾਰੀ ਪੰਜਾਬ ਇਹ ਭੁਗਤ ਭੋਗੀ ਹੋ ਚੁੱਕਿਆ, ਫਿਰ ਅਸੀਂ ਉਹ ਇੱਕ ਪੁਲਿਸ ਸਟੇਟ ਬਣਾ ਕੇ ਕਿਸੇ ਮਸਲੇ ਦਾ ਹੱਲ ਕੱਢਾਂਗੇ, ਮੈਨੂੰ ਕੋਈ ਬੜਾ ਕਾਰਗਰ ਨਹੀਂ ਨਜ਼ਰ ਆਉਂਦਾ। ਪੰਦੇਰ ਸਾਹਿਬ, ਹੁਣ ਅਮਿਤ ਸ਼ਾਹ ਯੂਪੀ ਪਹੁੰਚੇ ਹੋਏ ਨੇ, ਉੱਥੇ ਜਾਟ ਵੋਟ ਬੈਂਕ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਕੀ ਕਹਿੰਦੇ ਨੇ ਸ਼ਾਹ? ਵਾਸੂ ਜੀ, ਜਿਹੜੀ ਬੀਜੇਪੀ ਆ ਉਹਦੇ ਵਾਸਤੇ ਚਿੰਤਾ ਦੀ ਸਿਚੁਏਸ਼ਨ ਬਣੀ ਹੋਈ ਹੈ ਯੂਪੀ ਦੇ ਵਿੱਚ ਆਪਣੀ ਸਰਕਾਰ ਬਚਾਉਣ ਦੀ। ਤਾਂ ਅਮਿਤ ਸ਼ਾਹ ਜਿਨ੍ਹਾਂ ਨੇ ਪਿਛਲੀ ਵਾਰੀ ਕਾਫੀ ਰੋਲ ਅਦਾ ਕੀਤਾ ਸੀ ਸਰਕਾਰ ਬਣਾਉਣ ਦੇ ਵਿੱਚ, ਉਹਨਾਂ ਨੇ ਇਹ ਕਮਾਨ ਸੰਭਾਲ ਲਈ ਹੈ ਤੇ ਪਹਿਲੀ ਜਿਹੜੀ ਆ ਫੇਜ਼ ਦੀਆਂ ਚੋਣਾਂ ਨੇ ਉਹ ਜਾਟ ਬੈਲਟ ਜਿਹੜਾ ਵੈਸਟਰਨ ਯੂਪੀ ਆ ਉਹਦੇ ਵਿੱਚ ਹੋਣੀਆਂ ਨੇ ਜੀ। ਔਰ ਮੇਰੇ ਹਿਸਾਬ ਦੇ ਨਾਲ ਸ਼ਾਇਦ ਉੱਥੇ ਉਹ 10 ਫਰਵਰੀ ਨੂੰ ਵੋਟਾਂ ਪੈ ਜਾਣੀਆਂ ਉਹਨਾਂ ਇਲਾਕਿਆਂ ਦੇ ਵਿੱਚ ਜੀ। ਔਰ ਜਾਟਾਂ ਨੇ ਪਿਛਲੀ ਵਾਰੀ ਵੱਧ ਝੜ ਕੇ ਵੋਟਾਂ ਪਾਈਆਂ ਸੀ ਬੀਜੇਪੀ ਨੂੰ ਔਰ ਉਸ ਤੋਂ ਪਹਿਲਾਂ ਮੁਜ਼ੱਫਰਨਗਰ ਦੇ ਵਿੱਚ ਜਾਟਾਂ ਔਰ ਮੁਸਲਮਾਨਾਂ ਦੇ ਜਿਹੜੇ ਦੰਗੇ ਵੀ ਹੋਏ ਸੀ ਜਿਹਦੇ 'ਚ ਧਰੂਵੀਕਰਨ ਪੋਲਰਾਈਜੇਸ਼ਨ ਵੀ ਹੋਈ। ਪਰ ਐਤਕੀ ਜਿਹੜਾ ਕਿਸਾਨ ਅੰਦੋਲਨ ਚੱਲਿਆ ਉਸ ਤੋਂ ਬਾਅਦ ਜਾਟ ਜਿਹੜੇ ਹੈਗੇ ਜਾਟ ਬਰਾਦਰੀ ਸਾਰੀ ਦੀ ਸਾਰੀ ਬਹੁਤ ਵੱਡਾ ਹਿੱਸਾ ਜਿਹੜਾ ਬੀਜੇਪੀ ਦੇ ਨਾਲ ਬਹੁਤ ਨਾਰਾਜ਼ ਚੱਲ ਰਿਹਾ। ਸੋ ਜਿਹੜੇ ਅਮਿਤ ਸ਼ਾਹ ਉਹਨਾਂ ਨੇ ਆਪਣੀ ਕੈਂਪੇਨ ਸਟਾਰਟ ਕੀਤੀ ਹੈ ਇਸ ਇਲਾਕੇ ਦੇ ਵਿੱਚ, ਉਹਨਾਂ ਨੇ ਕਈ ਮੀਟਿੰਗ ਸੀ, ਉਸ ਤੋਂ ਪਹਿਲਾਂ ਉਹਨਾਂ ਨੇ ਆਪਣੀਆਂ ਕੁਝ ਮੁਲਾਕਾਤਾਂ ਕੀਤੀਆਂ ਜਾਟ ਲੀਡਰ ਦੇ ਨਾਲ
ਔਰ ਉਹਨਾਂ ਦੇ ਜਿਹੜੇ ਮੰਤਰੀ ਨੇ ਕੇਂਦਰ ਦੇ ਵਿੱਚ ਬੀਜੇਪੀ ਦੇ ਐਮਪੀ ਵੀ ਨੇ ਸੰਜੀਵ ਬਾਲਿਆਨ, ਉਹਨਾਂ ਦੇ ਥਰੂ ਉਹਨਾਂ ਨੇ ਆਪਣੀ ਇਹ ਮੀਟਿੰਗਸ ਰੱਖੀਆਂ ਤੇ ਉਹਨਾਂ ਨੇ ਉੱਥੇ ਕਹਿਣ ਦੀ ਕੋਸ਼ਿਸ਼ ਇਹ ਕੀਤੀ ਹੈ ਕਿ ਜੇ ਸੂਬੇ ਦੀ ਸਰਕਾਰ ਹੈ, ਸਟੇਟ ਗਵਰਨਮੈਂਟ ਹੈ ਜਾਂ ਚੀਫ ਮਿਨਿਸਟਰ ਯੋਗੀ ਆਦਿੱਤਿਆਨਾਥ ਦੇ ਨਾਲ ਜੇ ਕੋਈ ਸਮੱਸਿਆਵਾਂ ਹੈਗੀਆਂ ਨੇ ਤਾਂ ਜਾਟ ਜਿਹੜੇ ਹੈਗੇ ਆ ਉਹ ਕੇਂਦਰ ਸਰਕਾਰ ਦੇ ਨਾਲ ਆਪਣਾ ਸੰਪਰਕ ਕਰ ਸਕਦੇ ਆ। ਅਮਿਤ ਸ਼ਾਹ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੀ ਹਰ ਇੱਕ ਗੱਲ ਸੁਣਨ ਨੂੰ ਤਿਆਰ ਨੇ ਤੇ ਪਰ ਜਿਹੜੇ ਬੀਜੇਪੀ ਦੇ ਲੀਡਰ ਨੇ ਉਹ ਕਿਸੇ ਲੈਵਲ ਦੇ ਉੱਤੇ ਉਹਨਾਂ ਨੇ ਕਿਹਾ ਵੀ ਤੁਸੀਂ ਆ ਕੇ ਆਪਣੀਆਂ ਜਿੰਨੀਆਂ ਵੀ ਤੁਹਾਡੇ ਅੰਦਰ ਮਨ ਦੀਆਂ ਮਨ ਮੁਟਾਵ ਨੇ ਉਹ ਸਾਡੇ ਨਾਲ ਸਾਂਝੇ ਕਰੋ, ਅਸੀਂ ਉਹਦੇ ਵਿੱਚ ਲਿਆਵਾਂਗੇ, ਤੁਹਾਡੀਆਂ ਜਿਹੜੀਆਂ ਜਿੰਨੇ ਵੀ ਖਦਸ਼ੇ ਨੇ ਉਹਨਾਂ ਨੂੰ ਦੂਰ ਕਰਾਂਗੇ। ਪਰ ਜਿਹੜੇ ਇੱਥੇ ਬੀਜੇਪੀ ਦੇ ਲੀਡਰ ਨੇ ਉਹਨਾਂ ਦੇ ਘਰੇ ਹੋਏ ਸਾਰੀਆਂ ਦੀ ਮੀਟਿੰਗਾਂ ਦੇ ਵਿੱਚ ਹੈਗਾ ਵੀ ਉਹ ਕਹਿੰਦੇ ਵੀ ਜਾਟ ਕਿਤੇ ਹੋਰ ਜਾਣ ਵਾਲੇ ਨਹੀਂ ਆ। ਉਹਨਾਂ ਨੇ ਕਿਹਾ ਕਿ ਪਹਿਲਾਂ ਅਸੀਂ ਕਰਦੇ ਰਹੇ ਹਾਂ ਪਰ ਸਾਡੀਆਂ ਬਹੁਤ ਸਾਰੀਆਂ ਮੁਸ਼ਕਲਾਤ ਨੇ ਤੇ ਉਹਦੇ ਵਿੱਚ ਜਿਹੜੇ ਜਾਟਾਂ ਦੇ ਹੁਣ ਇਸ ਵੇਲੇ ਉੱਥੇ ਲੀਡਰ ਬਣੇ ਹੋਏ ਨੇ ਆਪਣੇ ਜਯੰਤ ਚੌਧਰੀ ਔਰ ਉਹ ਰਾਸ਼ਟਰੀ ਲੋਕ ਦਲ ਦੇ ਨੇ। ਉਹਨਾਂ ਨੇ ਸਿੱਧੀ ਦੀ ਸਿੱਧੀ ਗੱਲ ਕੀਤੀ ਕਿ ਕਿਸਾਨ ਬੀਜੇਪੀ ਦੀ ਗੱਲ ਤਾਂ ਸੁਣਨ ਨੂੰ ਤਿਆਰ ਨੇ ਪਰ ਜਿਹੜੇ ਬੀਜੇਪੀ ਆ ਉਹ ਜਿਹੜੇ 700 ਤੋਂ ਉੱਤੇ ਕਿਸਾਨ ਉੱਥੇ ਮਰ ਗਏ, ਉੱਥੇ ਉਹਨਾਂ ਦੀਆਂ ਜਾਨਾਂ ਚਲੀ ਗਈਆਂ ਇਸ ਸੰਘਰਸ਼ ਦੇ ਵਿੱਚ, ਉਹਨਾਂ ਦੀਆਂ ਗੱਲਾਂ ਸੁਣਨ ਨੂੰ ਕਦੋਂ ਤਿਆਰ ਹੋਊਗੀ, ਉਹਨਾਂ ਦੇ ਵਾਸਤੇ ਹੰਝੂ ਕਦੋਂ ਸਿੱਟੂਗੀ ਬੀਜੇਪੀ। ਸੋ ਅਮਿਤ ਸ਼ਾਹ ਵਾਸਤੇ ਇਹ ਜਿਹੜੀ ਜਾਟ ਕਮਿਊਨਿਟੀ ਹੈ ਜਿਨ੍ਹਾਂ ਦੀ ਉੱਥੇ ਬਹੁਤ ਵੱਡੀਆਂ ਮਹਾ ਪੰਚਾਇਤਾਂ ਨੇ ਔਰ ਉਹ ਬਹੁਤ ਲੈਵਲ ਦੇ ਉੱਤੇ ਅਸਰਦਾਰ ਨੇ, ਸਪੈਸ਼ਲੀ ਮੁਜ਼ੱਫਰਨਗਰ ਦੇ ਆਸ-ਪਾਸ ਦਾ ਜਿਹੜਾ ਇਲਾਕਾ ਵਾ, ਇੱਕ ਜਿਹੜੀ ਬੈਲਟ ਹੈ ਬੜੀ ਸਟਰੋਂਗ ਹੈ, ਉਹਦੇ ਵਿੱਚ ਹਾਲੇ ਤੱਕ ਬੀਜੇਪੀ ਨੂੰ ਜਿਹਨੂੰ ਕਹਿ ਸਕਦੇ ਹੋ ਰਸਤਾ ਨਹੀਂ ਮਿਲ ਰਿਹਾ। ਉਹ ਇਸ ਗੱਲ ਤੋਂ ਜ਼ਾਹਿਰ ਹੁੰਦਾ ਕਿ ਬੀਜੇਪੀ ਦੇ ਇੱਕ ਕੈਂਡੀਡੇਟ ਨੇ, ਉਹਨਾਂ ਦਾ ਨਾਮ ਹੈਗਾ ਜੀ ਹਰਿੰਦਰ ਸਿੰਘ ਰਿੰਕੂ, ਉਹ ਬਰੇਲੀ ਦੇ ਖੜੇ ਆ। ਉਹਨਾਂ ਨੂੰ ਕੋਈ ਇੱਕ ਪਿੰਡ ਹੈ ਜੀ ਜਿਹੜਾ ਹੈਗਾ ਸ਼ਕਰਪੁਰ, ਉੱਥੋਂ ਉਹਨਾਂ ਆਪਣੀ ਜਿਹੜਾ ਸੀ ਪ੍ਰਚਾਰ ਵਾਸਤੇ ਗਏ ਤਾਂ ਪਿੰਡ ਦੇ ਲੋਕਾਂ ਨੇ ਉਹਨੂੰ ਘੇਰ ਲਿਆ ਤੇ ਉੱਥੋਂ ਭਜਾਇਆ ਜੀ ਉਹਨਾਂ ਨੂੰ, ਔਰ ਬੜੀ ਮੁਸ਼ਕਿਲ ਦੇ ਨਾਲ, ਜਿਸ ਤਰ੍ਹਾਂ ਆਪਾਂ ਮਲੋਟ 'ਚ ਇੱਕ ਇਨਸੀਡੈਂਟ ਦੇਖਿਆ ਸੀ ਜਿਸ ਤਰ੍ਹਾਂ ਕੱਪੜੇ ਫਾੜਤੇ ਸੀ ਇੱਕ ਬੀਜੇਪੀ ਐਮਐਲਏ ਦੇ ਪੰਜਾਬ ਦੇ ਵਿੱਚ ਕਿਸਾਨਾਂ ਨੇ, ਔਰ ਉਸੇ ਉਹਨਾਂ ਨੇ ਕਿਹਾ ਜੀ, ਉਹਨਾਂ ਨੇ ਉਹਦੇ ਮਗਰ ਪੈ ਗਏ। ਉਹਨਾਂ ਨੇ ਕਿਹਾ ਤੁਸੀਂ ਕਿਸਾਨਾਂ ਦੇ ਉੱਤੇ ਗੋਲੀਆਂ ਚਲਾਈਆਂ ਲਖੀਮਪੁਰ ਖੇੜੀ ਦੇ ਵਿੱਚ, ਦਿੱਲੀ ਔਰ ਜਿਹੜਾ ਸੀਗਾ ਜੀ ਹਰਿਆਣਾ ਦੇ ਵਿੱਚ ਪਾਣੀ ਤੋਪਾਂ ਚਲਾਈਆਂ, ਟੀਅਰ ਗੈਸ ਚਲਾਈ। ਅਸੀਂ ਕਹਿੰਦੇ ਜੀ ਤੁਹਾਨੂੰ ਅਸੀਂ ਬੀਜੇਪੀ ਵਾਲਿਆਂ ਨੂੰ ਪਿੰਡਾਂ 'ਚ ਵੜਨ ਨਹੀਂ ਜੇ ਦੇਣਾ। ਸੋ ਇਹ ਵੀ ਸਿਚੁਏਸ਼ਨ ਉੱਥੇ ਬੀਜੇਪੀ ਦੇ ਵਾਸਤੇ ਬਹੁਤ ਜ਼ਬਰਦਸਤ ਬਣੀ ਹੋਈ ਹੈ। ਬੀਜੇਪੀ ਨੂੰ ਰਸਤਾ ਨਹੀਂ ਮਿਲ ਰਿਹਾ ਉੱਥੇ ਕਈ ਜਗ੍ਹਾ ਦੇ ਵਿੱਚ ਆਪਣਾ ਪ੍ਰਚਾਰ ਕਰਨ ਦਾ। ਆਉਣ ਵਾਲੇ ਦਿਨਾਂ ਦੇ ਵਿੱਚ ਹਾਲਾਤ ਸੁਧਰਨਗੇ ਬੀਜੇਪੀ ਵਾਸਤੇ ਜਾਂ ਹੋਰ ਵੀ ਮੁਸ਼ਕਲ ਹੋਣਗੇ, ਇਹ ਅਸੀਂ ਤੁਹਾਡੇ ਨਾਲ ਸਾਂਝੇ ਕਰਦੇ ਰਵਾਂਗੇ। ਤੇ ਪੰਦੇਸ਼ ਸਾਹਿਬ, ਹੁਣ ਅਖਿਲੇਸ਼ ਯਾਦਵ ਨੇ ਇਹ ਕਿਹਾ, ਕਹਿੰਦੇ ਜਿਹੜੀਆਂ ਓਪੀਨੀਅਨ ਪੋਲਸ ਨੇ, ਕਹਿੰਦੇ ਇਹ ਬੰਦ ਹੋਣੇ ਚਾਹੀਦੇ ਸਰਵੇਖਣ, ਕਹਿੰਦੇ ਓਪੀਨੀਅਨ ਪੋਲ ਨਹੀਂ ਇਹ ਓਪੀਐਮ ਪੋਲਸ ਨੇ। ਪਿਛਲੇ ਵਾਸੂ ਜੀ ਪਿਛਲੇ ਦਿਨਾਂ ਦੇ ਵਿੱਚ ਸੌਰੀ ਮੈਂ ਥੋੜਾ ਜਿਹਾ ਇੱਕ ਹੋਰ ਇਹਦੇ 'ਚ ਐਡ ਕਰਨਾ ਚਾਹੁੰਦਾ। ਜਿਹੜੀ ਪਿਛਲੀ ਖਬਰ ਸੀਗੀ ਉਹ 'ਚ ਰਕੇਸ਼ ਟਕੈਤ ਔਰ ਨਰੇਸ਼ ਟਕੈਤ ਦੋਨੋਂ ਭਰਾਵਾਂ ਨੇ ਜਿਨ੍ਹਾਂ ਨੂੰ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ, ਉਹਨਾਂ ਨੇ ਵੀ ਬੀਜੇਪੀ ਦੇ ਖਿਲਾਫ ਕਿਸਾਨਾਂ ਨੂੰ ਸਤਰਕ ਰਹਿਣ ਨੂੰ ਕਿਹਾ ਕਿ ਹੁਣ ਇਸ ਵੇਲੇ ਬੀਜੇਪੀ ਜਿਹੜੀ ਹੈਗੀ ਆ ਫਿਰਕੂ ਲੀਹਾਂ ਦੇ ਉੱਤੇ ਜਿਹੜੀ ਹੈਗੀ ਆ ਡਿਵਿਸਿਵ ਪੋਲਿਟਿਕਸ ਕਰੇਗੀ। ਜਿਹੜੇ ਹੈਗੇ ਆ ਜਾਟਾਂ ਔਰ ਮੁਸਲਮਾਨਾਂ ਦੇ ਵਿੱਚ ਜਿਹੜੇ ਫਰਕ ਪਾ ਕੇ ਕੋਈ ਨਾ ਕੋਈ ਆਪਣਾ ਮੁਫਾਦ ਕੱਢਣ ਦੀ ਕੋਸ਼ਿਸ਼ ਕਰੂਗੀ, ਉਹਦੇ ਤੇ ਉਹਨਾਂ ਨੇ ਵਾਰਨਿੰਗ ਕੀਤੀ ਹੈ। ਅੱਛਾ ਜੀ, ਹੁਣ ਆ ਗਏ ਜੀ ਆਪਣੇ ਅਖਿਲੇਸ਼ ਯਾਦਵ। ਉਹਨਾਂ ਦਾ ਅਖਿਲੇਸ਼ ਯਾਦਵ ਉਹਨੇ ਕਾਫੀ ਔਖੇ ਨੇ ਜਿਹੜੇ ਓਪੀਨੀਅਨ ਪੋਲਸ ਨੇ, ਔਰ ਉਹਨਾਂ ਨੇ ਇਹ ਕਿਹਾ ਜੀ ਓਪੀਨੀਅਨ ਪੋਲ ਦੇ ਵਿੱਚ ਹਾਲੇ ਵੀ ਦਿਖਾਇਆ ਜਾ ਰਿਹਾ ਕਿ ਯੋਗੀ ਆਦਿੱਤਿਆਨਾਥ ਦੀ ਸਰਕਾਰ ਬਚ ਜਾਏਗੀ ਤੇ ਸਮਾਜਵਾਦੀ ਪਾਰਟੀ ਦਾ ਸ਼ਾਇਦ ਉਹਨਾਂ ਜਿੰਨਾ ਇਸ ਵੇਲੇ ਹਾਈਪ ਹੈ ਉਨੀ ਸ਼ਾਇਦ ਨਜ਼ਰ ਨਾ ਆਵੇ, ਕਿਉਂਕਿ ਬਹੁਤ ਸਾਰੇ ਵਾਸੂ ਜੀ ਸਾਨੂੰ ਯਾਦ ਹੈ ਕਿ ਬਹੁਤ ਸਾਰੇ ਬੀਜੇਪੀ ਦੇ ਮਿਨਿਸਟਰ ਔਰ ਐਮਐਲਏ ਛੱਡ ਕੇ ਬੀਜੇਪੀ ਨੂੰ ਉਹ ਸਮਾਜਵਾਦੀ ਪਾਰਟੀ 'ਚ ਜੁਆਇਨ ਕਰ ਗਏ ਸੀ। ਔਰ ਇੱਕ ਕਿਹਾ ਜਾਂਦਾ ਸੀ ਕਿ ਗਰਾਊਂਡ ਸਵੈਲ ਜਿਹੜਾ ਹੈ ਲੋਕਾਂ ਦੇ ਵਿੱਚ ਜਿਹੜੀ ਇੱਕ ਉਭਾਰ ਹੈ ਉਹ ਸਮਾਜਵਾਦੀ ਪਾਰਟੀ ਦੇ ਵੱਲ ਨਜ਼ਰ ਆ ਰਿਹਾ, ਪਰ ਓਪੀਨੀਅਨ ਪੋਲ ਦੇ ਵਿੱਚ ਇਹ ਨਹੀਂ ਆ ਰਿਹਾ। ਔਰ ਉਹ ਕਹਿ ਰਹੇ ਕਿ ਜੀ ਇਹ ਓਪੀਨੀਅਨ ਪੋਲਸ ਬੰਦ ਹੋਣੇ ਚਾਹੀਦੇ ਆ, ਇਲੈਕਸ਼ਨ ਕਮਿਸ਼ਨ ਨੂੰ ਇਹ ਬੈਨ ਕਰਨਾ ਚਾਹੀਦਾ। ਇਹਦੇ 'ਚ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਦੱਸਣ ਦੇ ਓਪੀਨੀਅਨ ਪੋਲ
ਪੋਲਸ ਨੂੰ ਤੁਸੀਂ ਨਹੀਂ ਬੈਨ ਕਰ ਸਕਦੇ ਕਾਨੂੰਨ ਦੇ ਹਿਸਾਬ ਦੇ ਨਾਲ। ਐਗਜ਼ਿਟ ਪੋਲ ਜਿਹੜੇ ਹੈਗੇ ਆ ਉਹ ਬੈਨਡ ਨੇ। ਜਦੋਂ ਹੁਣ ਜਿਸ ਤਰ੍ਹਾਂ 10 ਤਰੀਕ ਨੂੰ ਵੋਟਾਂ ਪੈਣੀਆਂ ਨੇ, ਉਹਦਾ ਐਗਜ਼ਿਟ ਪੋਲ ਨਹੀਂ ਹੋ ਸਕਦਾ। ਉਹ ਜਦੋਂ ਸਾਰੀਆਂ ਵੋਟਾਂ ਪੈ ਜਾਣਗੀਆਂ 15 ਜਿਹੜੀ ਤਰੀਕ ਤੱਕ, ਮਾਰਚ ਤੱਕ ਜਿਹੜੀਆਂ ਸਾਰੀਆਂ ਵੋਟਾਂ ਪੈਣੀਆਂ ਨੇ, ਉਦੋਂ ਤੱਕ ਸਭ ਵੋਟਾਂ ਦੇ ਆਖਰੀ ਪੜਾਅ ਤੋਂ ਬਾਅਦ ਤੁਸੀਂ ਐਗਜ਼ਿਟ ਪੋਲ ਦਿਖਾ ਸਕਦੇ ਹੋ। ਐਗਜ਼ਿਟ ਪੋਲ ਮੈਂ ਆਪਣੇ ਸਰੋਤਿਆਂ ਨੂੰ ਇਹ ਦੱਸਣਾ ਚਾਹੁੰਦਾ, ਉਹ ਇਹ ਹੁੰਦਾ ਕਿ ਸੋਚਿਆ ਜਾਂਦਾ ਕਿ ਜਦੋਂ ਕੋਈ ਮਤਦਾਤਾ ਪੋਲਿੰਗ ਬੂਥ 'ਚੋਂ ਵੋਟ ਪਾ ਕੇ ਬਾਹਰ ਨਿਕਲਦਾ, ਉਹਦੇ ਤੋਂ ਇੱਕ ਵਾਰੀ ਫੇਰ ਵੋਟ ਪਵਾਈ ਜਾਂਦੀ ਆ, ਤੇ ਉਹਨੂੰ ਸੋਚਿਆ ਜਾਂਦਾ ਕਿ ਉਹ ਉਸੇ ਤਰ੍ਹਾਂ ਹੀ ਵੋਟ ਕਰੇਗਾ। ਉਹਨੂੰ ਬਈ ਜਦੋਂ ਐਗਜ਼ਿਟ ਕਰਦਾ ਪੋਲਿੰਗ ਬੂਥ ਤੋਂ, ਉਦੋਂ ਇੱਕ ਸੈਂਪਲ ਲਏ ਜਾਂਦੇ ਨੇ, ਤਾਂ ਉਹਦੇ ਹਿਸਾਬ ਦੇ ਨਾਲ ਕੋਸ਼ਿਸ਼ ਕੀਤੀ ਜਾਂਦੀ ਹੈ। ਬੇਸ਼ੱਕ ਉਹਦਾ ਕੋਈ ਅਸਰ ਤਾਂ ਨਹੀਂ ਹੁੰਦਾ, ਦਿਲਚਸਪੀ ਜੀ ਇੱਕ ਇੰਟਰਸਟਿੰਗ ਜਿਹਾ ਈਵੈਂਟ ਬਣ ਜਾਂਦਾ। ਸੋ ਅਖਿਲੇਸ਼ ਯਾਦਵ ਉਹਨਾਂ ਦਾ ਇਹ ਹੈ ਕਿ ਓਪੀਨੀਅਨ ਪੋਲ ਜਿਹੜੀ ਹੈਗੀ ਆ, ਉਹ ਜਿਹੜੀ ਬੀਜੇਪੀ ਹੈ ਉਹ ਇਸਤੇਮਾਲ ਕਰ ਰਹੀ ਆ। ਲੋਕਾਂ ਦਾ ਜਿਹੜਾ ਰੁਝਾਨ ਹੈ ਉਹਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਔਰ ਇਹ ਅਨਫੇਅਰ ਪੋਲ ਪ੍ਰੈਕਟਿਸ ਹੈ, ਇਹਦੇ ਉੱਤੇ ਰੋਕ ਲੱਗਣੀ ਜ਼ਰੂਰੀ ਹੈ। ਬਿਲਕੁਲ ਉਹਨਾਂ ਨੇ ਕਿਹਾ ਇਹ ਓਪੀਨੀਅਨ ਨਹੀਂ, ਓਪੀਐਮ ਪੋਲ ਹੈ। ਜੀ ਪੰਦੇਰ ਸਾਹਿਬ, ਇਹ ਸਾਰੀਆਂ ਖਬਰਾਂ ਸਾਡੇ ਨਾਲ ਸਾਂਝੀਆਂ ਕਰਨ ਲਈ ਬਹੁਤ ਬਹੁਤ ਧੰਨਵਾਦ। ਕੱਲ ਫਿਰ ਗੱਲਬਾਤ ਹੋਏਗੀ ਜੀ। ਸ਼ੁਕਰੀਆ।